ਧਨਵੰਤ ਭਗਤ ਸਚ ਨਾਇ। ਹਾਮ ਧਨਵੰਤ ਭਗਤ ਸਚ ਨਾਇ। ਹਰ ਗੁਣ ਗਾਵੇ ਸਹਿਜ ਸੁਭਾਏ। ਪੀਊ ਦਾਦੇ ਕਾ ਖੋਲ ਡਿਠਾ ਖਜ਼ਾਨਾ। ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜੰਕਾ ਕਛੂ ਨਾ ਮੋਲ। ਭਰੇ ਭੰਡਾਰ ਅਖੂਟਾ ਤੋਲ। ਖਾਵੇ ਹੈ ਖਰਚੇ ਹੈ ਰਲ ਮਿਲ ਭਾਈ। ਟੋਟ ਨਾ ਆਵੇ ਵਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ। ਸੋ ਇਹ ਦੁੱਖ ਜਾਣਾ ਲੈ ਆਓ ਰਲਾਏ। ਸੋ ਕਹੋ ਟਲੋ ਗੁਰ ਸੇਵੀਐ ਐਨਿਸ ਸਹਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਹੁਕਮੀ ਹੋਵਨ ਆਕਾਰ। ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖੋ ਦੁਖ ਸੁਖ ਪਾਈਏ। ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਵਾਈਏ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਗਾਵੈ ਕੋ ਦਾਤ ਜਾਣੈ ਨੀਸਾਨ। ਗਾਵੈ ਕੋ ਹੋ ਗੁਣ ਵਡਿਆਈਆਂ ਚਾਰ। ਗਾਵੈ ਕੋ ਹੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨ ਖੇ। ਗਾਵੈ ਕੋ ਜੀ ਲੈ ਫਿਰ ਦੇ। ਗਾਵੈ ਕੋ ਜਪੈ ਦਿਸੈ ਦੂਰ। ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਤੋਟ। ਕਥ ਕਥ ਕਥੀ ਕੋਟੀ ਕੋਟ ਕੋਟ। ਦੇਂਦਾ ਦੇ ਲੈਂਦੇ ਥੱਕ ਪਾਹੇ। ਜੁਗਾਂ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹ। ਨਾਨਕ ਵਿਗਸੈ ਵੇ ਪਰਵਾਹ। ਹੁਕਮੀ ਹੁਕਮ ਚਲਾਏ ਰਾਹ। ਨਾਨਕ ਵਿਗਸੈ ਵੇ ਪਰਵਾਹ। ਵਿਗਸੈ ਵੇ ਪਰਵਾਹ। ਨਾਨਕ ਵਿਗਸੈ ਵੇ ਪਰਵਾਹ। ਨਾਨਕ ਹੁਕਮੀ ਹੁਕਮ ਚਲਾਏ ਰਾਹ। ਹੁਕਮੀ ਹੁਕਮ ਚਲਾਏ ਰਾਹ। ਹੁਕਮੀ ਨਾਨਕ ਵਿਗਸੈ ਵੇ ਪਰਵਾਹ। ਨਾਨਕ ਵਿਗਸੈ ਵੇ ਪਰਵਾਹ। ਨਾਨਕ ਵਿਗਸੈ ਵੇ ਪਰਵਾਹ। ਨਾਨਕ ਸਤਿਗੁਰੂ ਬਾਬਾ ਜੀ ਮਿਹਰਬਾਨ। ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ। ਛਤਰ ਚਵਰ ਤਖਤ ਦੇ ਮਾਲਕ
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬ ਪਾਤਸ਼ਾਹ, ਉਹਨਾਂ ਦੇ ਪਾਵਨ ਚਰਨਾਂ ਵਿੱਚ ਇਸ ਵੇਲੇ ਆਉਣ ਜੁੜ ਬੈਠੇ ਸਤਸੰਗੀ ਜਨੋ, ਕਿਰਪਾ ਕਰੋਗੇ ਪਿਆਰ ਸਹਿਤ ਸਾਰੇ ਮਿਲ ਕੇ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਹੋਇਆ ਤੁਸੀਂ ਆਣ ਜੁੜ ਬੈਠੇ ਹੋ। ਸਭਨਾਂ ਨੂੰ ਜੀ ਆਇਆ ਕਹਿੰਦਾ। ਤੁਹਾਡੇ ਧਿਆਨ ਵਿੱਚ ਜ਼ਰੂਰ ਅੱਜ ਦੇ ਦਿਹਾੜੇ ਦੀ ਇਤਿਹਾਸਕ ਅਹਿਮੀਅਤ ਵੀ ਜ਼ਰੂਰ ਹੋਏਗੀ, ਜਿਹੜੀ ਕਿ ਸਾਨੂੰ ਬਿਲਕੁਲ ਭੁੱਲਣ ਵਾਲੀ ਨਹੀਂ ਹੈ। ਸਭ ਤੋਂ ਪਹਿਲੀ ਵੱਡੀ ਗੱਲ ਜਿਹੜੀ ਹੈ ਉਹ ਹੈ ਅੱਜ ਦੇ ਦਿਨ ਦਸਮ ਪਾਤਸ਼ਾਹ ਹਜ਼ੂਰ ਗੁਰੂ ਕਲਗੀਧਰ ਸਾਹਿਬ ਜੀ ਨੇ ਅਬਚਲ ਨਗਰ ਸਾਹਿਬ ਹਜ਼ੂਰ ਸਾਹਿਬ, ਜੋ ਅੱਜ ਕੱਲ੍ਹ ਅਸੀਂ ਤਖਤ ਸਾਹਿਬ ਕਹਿ ਕੇ ਯਾਦ ਕਰਦੇ ਹਾਂ, ਅਭਿਨੰਦਨ ਕਰਦੇ ਹਾਂ। ਪਰਲੋਕ ਗਮਨ ਕਰਨ ਤੋਂ ਪਹਿਲਾਂ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸੰਗਤਾਂ ਦੇ ਵਿੱਚ ਹੁਕਮ ਕੀਤਾ ਇਸ ਪ੍ਰਕਾਰ ਦਾ, ਜਿਸ ਦੀ ਸ਼ਬਦਾਵਲੀ ਅਸੀਂ ਗਿਆਨੀ ਗਿਆਨ ਸਿੰਘ ਹੋਰਾਂ ਦੇ ਅੱਖਰਾਂ ਦੇ ਰਾਹੀਂ ਯਾਦ ਕਰਦੇ ਹਾਂ। ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਤੋਂ ਪਹਿਲਾਂ ਪੋਥੀ ਸਾਹਿਬ ਕਹਿ ਕੇ ਵੀ ਯਾਦ ਕੀਤਾ ਜਾਂਦਾ ਸੀ। ਜਿਵੇਂ ਕਿ ਜਦੋਂ ਸੰਪਾਦਨਾ ਹੋਈ 1604 ਵਿੱਚ, ਤਾਂ ਪੋਥੀ ਸਾਹਿਬ ਨਾਮ ਦਿੱਤਾ ਗਿਆ। ਲੇਕਿਨ ਸੰਗਤ ਜਿਹੜੀ ਹੈ ਉਹ ਇਸ ਖਿਆਲ ਨੂੰ ਧਿਆਨ ਵਿੱਚ ਰੱਖ ਕੇ ਹਮੇਸ਼ਾ ਅਦਬ ਕਰਦੀ ਸੀ, ਕਰ ਰਹੀ ਸੀ, ਸਤਿਗੁਰ ਸ਼ਬਦ, ਸ਼ਬਦ ਹੈ ਸਤਿਗੁਰ, ਪਾਧਰ ਮੁਕਤੀ ਜਨਾਵੇ ਕੋ। ਜੋ ਸਤਿਗੁਰੂ ਨੇ ਉਹ ਸ਼ਬਦ ਸਰੂਪ ਹੀ ਹਨ, ਸ਼ਬਦ ਰੂਪ ਹੀ ਹਨ। ਲੇਕਿਨ ਜਿਹਨੂੰ ਕਹਿੰਦੇ ਨੇ ਫੋਰਮਲ, ਇੱਕ ਰਸਮ ਅਦਾ ਕਰਨ ਵਾਲੀ ਗੱਲ ਕਰਨੀ, ਇਹ ਜਿਹੜੀ ਰਸਮ ਅਦਾ ਕੀਤੀ ਨਾ, ਇਹ ਹਜ਼ੂਰ ਦਸਮ ਪਾਤਸ਼ਾਹ ਜੀ ਨੇ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਖੜੇ ਕਰਕੇ ਸੰਕੇਤਕ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਰਸ ਬਣਾਇਆ, ਔਰ ਸਾਨੂੰ ਸਭਨਾਂ ਨੂੰ ਗੁਰੂ ਕਹਿਣ ਦੇ ਲਈ ਹੁਕਮ ਕੀਤਾ। ਦੁਨੀਆ ਦੇ ਵਿੱਚ ਕੋਈ ਹੋਰ ਐਸਾ ਧਰਮ ਗ੍ਰੰਥ ਨਹੀਂ ਹੈ ਜਿਸ ਧਰਮ ਗ੍ਰੰਥ ਨੂੰ ਮੰਨਣ ਵਾਲੇ ਉਸ ਧਰਮ ਦੇ ਲੋਕ ਗੁਰੂ ਕਹਿ ਕੇ ਸਨਮਾਨਦੇ ਹੋਣ, ਜਾਂ ਬਿਲਕੁਲ ਇਵੇਂ ਜੁੜ ਬੈਠਦੇ ਹੋਣ, ਆਗਿਆ ਦਾ ਪਾਲਨ ਕਰਦੇ ਹੋਣ, ਸਤਿਕਾਰ ਕਰਦੇ ਹੋਣ, ਮਰਿਆਦਾ ਬੱਧੀ ਹੋਈ ਹੋਵੇ, ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਬਤ ਹੈ। ਗੁਰੂ ਕੇ ਸਿੱਖਾਂ ਦੇ ਵਿੱਚ ਮਰਿਆਦਾ ਜੋ ਬੱਧੀ ਹੋਈ ਹੈ। ਮੈਂ ਤੁਹਾਨੂੰ ਸਭਨਾਂ ਨੂੰ ਮੁਬਾਰਕਾਂ ਦਿੰਦਾ। ਅਸੀਂ ਅੱਜ ਕੱਲ੍ਹ ਜੋ ਕੁਝ ਵੀ ਹਾਂ, ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਕੇ ਆ। ਦੂਸਰੀ ਬਾਤ, ਜਿਸ ਸਥਾਨ ਤੇ ਭਾਵ ਸ੍ਰੀ ਦਰਬਾਰ ਸਾਹਿਬ ਵਿਖੇ, ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਪਾਵਨ ਗ੍ਰੰਥ ਨੂੰ ਪਹਿਲੀ ਵਾਰ ਪ੍ਰਕਾਸ਼ਮਾਨ ਕੀਤਾ ਗਿਆ, ਜਦੋਂ ਪਤਾ ਲੱਗਾ ਬਾਬਾ ਦੀਪ ਸਿੰਘ ਹੋਰਾਂ ਨੂੰ, ਜਿਹੜੇ ਕਿ ਉਸ ਵੇਲੇ ਸ੍ਰੀ ਦਮਦਮਾ ਸਾਹਿਬ ਵਿਖੇ ਸਥਿਤ ਸਨ, ਔਰ ਜਿਨ੍ਹਾਂ ਦੀ ਸਿਆਣੀ ਉਮਰ ਹੋ ਚੁੱਕੀ ਸੀ, 70 ਵਰ੍ਹਿਆਂ ਤੋਂ ਵਧੇਕ ਉਮਰ ਸੀ ਜਿਨ੍ਹਾਂ ਦੀ। ਜਦੋਂ ਪਤਾ ਲੱਗਾ ਕਿ ਉਸ ਪਾਵਨ ਸਥਾਨ ਤੇ ਤੁਰਕਾਂ ਨੇ ਕਬਜ਼ਾ ਕੀਤਾ ਹੋਇਆ ਹੈ ਤੇ ਬਹੁਤ ਤੁਰਕਾਨੀ ਫੌਜਾਂ ਜਿਹੜੀਆਂ ਨੇ ਉੱਥੇ ਹੁਣ ਹੋਰ ਚੜ ਕੇ ਆ ਰਹੀਆਂ ਨੇ, ਤਾਂ ਦਮਦਮਾ ਸਾਹਿਬ ਤੋਂ ਆਪਣੇ ਨਾਲ ਸਿੰਘਾਂ ਨੂੰ ਲੈ ਕੇ ਸਥਾਨ ਦੇ ਪ੍ਰਬੰਧ ਨੂੰ ਸੁਤੰਤਰ ਕਰਨ ਵਾਸਤੇ ਬਾਬਾ ਜੀ ਨੇ ਚਾਲੇ ਪਾਏ। ਔਰ ਮੰਨਿਆ ਜਾਂਦਾ ਹੈ ਕਿ ਉਸ ਵੇਲੇ ਉਹਨਾਂ ਦੀ ਮਿਸਲ ਵਿੱਚ, ਜਿਹਨੂੰ ਮਿਸਲ ਸ਼ਹੀਦਾਂ ਕਹਿ ਕੇ ਯਾਦ ਕੀਤਾ ਜਾਂਦਾ ਸੀ, ਮਿਸਲ ਦੇ ਜਿਹੜੇ ਸਿਪਾਹੀ ਸਨ ਤਿਆਰ ਬਰ ਤਿਆਰ, ਉਸ ਵੇਲੇ ਤਕਰੀਬਨ 2000 ਉਹਨਾਂ ਦੇ ਕੋਲ ਮੌਜੂਦ ਸਨ, ਜਿਹੜੇ ਨਾਲ ਤੁਰ ਪਏ।
ਲੇਕਿਨ ਅੰਮ੍ਰਿਤਸਰ ਤੱਕ ਪਹੁੰਚਦਿਆਂ ਹੋਇਆਂ, ਤਰਨ ਤਾਰਨ ਸਭ ਤੱਕ ਪਹੁੰਚਦਿਆਂ ਹੋਇਆਂ ਕਈ ਹਜ਼ਾਰਾਂ ਦੀ ਗਿਣਤੀ ਹੋ ਗਈ। ਤਰਨ ਤਾਰਨ ਸਾਹਿਬ ਦੇ ਕੋਲ ਬਾਬਾ ਦੀਪ ਸਿੰਘ ਹੋਰਾਂ ਨੇ ਲਕੀਰ ਵੀ ਖਿੱਚੀ ਖੰਡੇ ਨਾਲ, ਜਿੱਥੇ ਅੱਜ ਸਥਾਨ ਬਣਿਆ ਗੁਰਦੁਆਰਾ ਲਕੀਰ ਸਾਹਿਬ। ਲਕੀਰ ਕਿਉਂ ਖਿੱਚੀ? ਬਈ ਇਸ ਤੋਂ ਅੱਗੇ ਮੌਤ ਹੈ, ਕਿਸੇ ਵੀ ਵੇਲੇ ਤੁਰਕਾਨੀ ਫੌਜਾਂ ਦੇ ਨਾਲ ਸਾਡਾ ਸਾਹਮਣਾ ਹੋ ਸਕਦਾ ਹੈ। ਜਿਹੜਾ ਕੋਈ ਵੀ ਘਰ ਜਾਣਾ ਚਾਹੁੰਦਾ ਹੈ ਉਹ ਪਿੱਛੇ ਮੁੜ ਜਾਵੇ। ਲੇਕਿਨ ਇਤਿਹਾਸ ਦਾ ਸੁਨਹਿਰੀ ਪੰਨਾ ਹੈ ਕਿ ਕੋਈ ਵੀ ਸਿੰਘ ਪਿੱਛੇ ਨਹੀਂ ਮੁੜਿਆ, ਸਾਰਿਆਂ ਨੇ ਅੱਗੇ ਕਦਮ ਵਧਾਇਆ। ਅੱਗੇ ਆ ਕੇ ਲਲਕਾਰ ਸਾਹਿਬ ਸਥਾਨ ਬਣਿਆ ਹੋਇਆ ਹੈ, ਜਿੱਥੇ ਬਾਬਾ ਜੀ ਹੋਰਾਂ ਨੇ ਤੁਰਕਾਨੀ ਫੌਜਾਂ ਨੂੰ ਲਲਕਾਰਿਆ, ਫੌਜਦਾਰ ਨੂੰ ਲਲਕਾਰਿਆ। ਔਰ ਉੱਥੇ ਲੜਾਈ ਦੇ ਦੌਰਾਨ ਜਿਹੜਾ ਉਹਨਾਂ ਦਾ ਸਰਦਾਰ ਸੀ, ਉਸ ਨਾਲ ਦਵੱਲੀ ਵਾਰ ਹੋਇਆ। ਦਵੱਲੀ ਵਾਰ ਤੋਂ ਭਾਵ ਹੈ ਇਧਰੋਂ ਬਾਬਾ ਜੀ ਹੋਰਾਂ ਨੇ ਵਾਰ ਕੀਤਾ, ਉਧਰੋਂ ਉਸਨੇ ਵਾਰ ਕੀਤਾ। ਉਸ ਦਾ ਵੀ ਸਿਰ ਲੈ ਗਿਆ, ਬਾਬਾ ਜੀ ਹੋਰਾਂ ਦਾ ਵੀ ਸੀਸ ਕੱਟਿਆ ਗਿਆ। ਲੇਕਿਨ ਕੱਟੇ ਹੋਏ ਸੀਸ ਨੂੰ ਉਠਾ ਕੇ ਬਾਬਾ ਜੀ ਲੜਦੇ ਹੋਏ ਆਪਣਾ ਸੀਸ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਦੇ ਦਲੀਲ ਤੇ ਪ੍ਰਕਰਮਾਂ ਵਿੱਚ ਆ ਕੇ ਭੇਟ ਕੀਤਾ। ਮੈਂ ਕਹਿੰਦਾ ਸਿੱਖ ਦੀ ਪ੍ਰਾਣਾਂ ਤੱਕ ਹੀ ਬਾਜ਼ੀ ਹੁੰਦੀ ਹੈ, ਔਰ ਬਾਬਾ ਜੀ ਹੋਰਾਂ ਨੇ ਉਸ ਬਾਜ਼ੀ ਨੂੰ ਨਿਭਾਇਆ। ਅੱਜ ਵੀ ਅਸੀਂ ਜਦੋਂ ਜ਼ਿਕਰ ਕਰਦੇ ਹਾਂ ਤੇ ਆਖਦੇ ਹਾਂ ਅਮਰ ਅਨੋਖੇ ਸ਼ਹੀਦ। ਵਾਕਿਆ ਹੀ ਸ਼ਹੀਦ ਅਮਰ ਹੁੰਦੇ ਨੇ, ਲੇਕਿਨ ਇਹ ਅਮਰ ਦੇ ਨਾਲ ਨਾਲ ਅਨੋਖੇ ਵੀ ਨੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਸਤਿਕਾਰਯੋਗ ਬਾਬਾ ਜੀ ਹੋਣੀ ਬਿਨਾਂ ਸੀਸ ਤੋਂ ਧੜਦੇ ਨਾਲ ਲੜਦੇ ਆਏ, ਇਵੇਂ ਬਾਬਾ ਗੁਰਬਖਸ਼ ਸਿੰਘ ਹੋਣੀ ਵੀ ਉਸੇ ਤਰ੍ਹਾਂ ਸ਼ਹੀਦ ਹੋਏ ਨੇ। ਫਿਰ ਇਸੇ ਤਰ੍ਹਾਂ ਬਾਬਾ ਰਾਮ ਸਿੰਘ ਬੇਦੀ ਵੀ ਸ਼ਹੀਦ ਹੋਏ ਨੇ। ਇਸੇ ਤਰ੍ਹਾਂ ਕੁਝ ਹੋਰ ਉਦਾਹਰਨਾਂ ਵੀ ਸਾਨੂੰ ਇਤਿਹਾਸ ਦੇ ਵਿੱਚ ਮਿਲਦੀਆਂ ਨੇ। ਅੱਜ ਉਹਨਾਂ ਦਾ ਸ਼ਹਾਦਤ ਦਾ ਦਿਨ ਹੈ। ਸਾਲ 1757 ਸੀ। ਤੀਜੀ ਗੱਲ ਕਿ ਅੱਜ ਦੇ ਦਿਨ 1920 ਦੇ ਵਿੱਚ ਪੰਥ ਨੇ ਦੇ ਇੱਕ ਹਿੱਸੇ ਨੇ ਜੁੜ ਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢ ਬਣਿਆ। ਅੱਜ ਦੇ ਦਿਨ ਪੰਥਕ ਪਹਿਲਾਂ ਆਵਾਜ਼ ਦਿੱਤੀ ਗਈ ਕਿ ਧਰਮ ਸਥਾਨਾਂ ਦੀ ਸੇਵਾ ਸੰਭਾਲ ਦੇ ਵਾਸਤੇ ਤਿਆਰ ਬਰਤਿਆਰ ਅੰਮ੍ਰਿਤਧਾਰੀ ਸਿੰਘਾਂ ਦੀ ਲੋੜ ਹੈ। ਤਾਂ ਫਿਰ ਸਿੰਘ ਜੁੜੇ। ਅਕਾਲ ਤਖਤ ਸਾਹਿਬ ਤੇ ਇਕੱਤਰਤਾਵਾਂ ਹੋਈਆਂ। 14 ਨੂੰ ਸ਼ੁਰੂ ਹੋਈਆਂ, 15 ਰਾਤ ਨੂੰ ਜਾ ਕੇ ਇਹਨਾਂ ਸਿੰਘਾਂ ਦੀ ਜਿਹੜੀ ਸੀ ਨਾ ਉਹ ਚੋਣ ਮੁਕੰਮਲ ਹੋਈ। ਚੋਣ ਸੀ ਸਿਲੈਕਸ਼ਨ। ਲੇਕਿਨ ਇਹ ਜਿਤਨੇ ਚੁਣੇ ਗਏ ਇਹ ਸਾਰੇ ਬੜੇ ਤਿਆਰ ਬਰਤਿਆਰ, ਨਿਤਨੇਮੀ, ਰਹਿਤ ਬਹਿਤ ਵਿੱਚ ਪ੍ਰਪੱਕ, ਦਸਵੰਧ ਦੀ ਸੇਵਾ ਕੱਢਣ ਵਾਲੇ, ਔਰ ਜੋ ਸਮਾਂ ਦੇ ਸਕਦੇ ਸਨ। ਬਕਾਇਦਾ ਅਕਾਲ ਤਖਤ ਸਾਹਿਬ ਤੇ ਪਹਿਲਾਂ ਸੋਧ ਹੋਈ, ਇਹਨਾਂ ਦੀ ਸੁਧਾਈ ਹੋਈ। ਇਹ ਅੱਜ ਦੇ ਦਿਨ ਦੀ ਵਾਰਤਾ ਹੈ 1920 ਦੀ। ਚੌਥੀ ਇੱਕ ਗੱਲ ਹੋਰ ਹੈ ਕਿ ਅੱਜ ਦੇ ਦਿਨ ਹੀ ਸਾਡੇ ਇੱਕ ਮਹਾਨ ਵਿਦਵਾਨ, ਜਿਨ੍ਹਾਂ ਨੇ ਇਸ ਪਿਛਲੀ ਸਦੀ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ, ਸਾਡੇ ਇਤਿਹਾਸ ਨੂੰ ਸੰਭਾਲਣ ਵਾਲਾ ਡਾਕਟਰ ਗੰਡਾ ਸਿੰਘ ਜੀ, ਉਹ ਵੀ ਚਲਾਣਾ ਕਰ ਗਏ ਕੁਝ ਸਾਲ ਪਹਿਲਾਂ। ਇਸ ਪ੍ਰਕਾਰ ਜਦੋਂ ਅਸੀਂ ਆਪਣੇ ਇਤਿਹਾਸ ਦੀ ਗੱਲ ਕਰਦੇ ਹਾਂ, ਇਤਿਹਾਸ ਦਾ ਧਿਆਨ ਰੱਖਦੇ ਹਾਂ, ਤਾਂ ਫਿਰ ਅਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਸਾਡਾ ਧਿਆਨ ਮੰਗਦੀਆਂ ਨੇ। ਸਭ ਤੋਂ ਮੁੱਖ ਬਾਤ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਿਆਈ ਦਿਹਾੜਾ, ਗੁਰਿਆਈ ਦਿਵਸ। ਔਰ ਅਸੀਂ ਪੜ੍ਹ ਕੇ ਫਿਰ ਯਾਦ ਕਰਾਂਗੇ ਦਸਮ ਪਾਤਸ਼ਾਹ ਜੀ ਨੂੰ, ਮਹਾਰਾਜ ਨੂੰ, ਜਿਹੜੇ ਕਿ ਇਹ ਵਚਨ ਕਰਕੇ ਤੇ
ਉਸੇ ਰਾਤ ਹੀ ਜਦੋਂ ਕਿ ਭੜਕ ਅਗਲਾ ਹੋ ਗਿਆ ਸੀ, ਦਸਮ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ। ਲਫ਼ਜ਼ ਤਾਂ ਅਸੀਂ ਇਹੀ ਬਹੁਤਾ ਵਰਤਦੇ ਹਾਂ, ਜੋਤੀ ਜੋਤ ਸਮਾ ਜਾਣਾ ਹੋਇਆ, ਪਰਮੇਸ਼ਰ ਦੀ ਜੋਤੀ ਦੇ ਵਿੱਚ ਅਭੇਦ ਹੋ ਗਏ। ਪਰ ਦੁਸ਼ਮਣਾਂ ਦੀ ਪੰਥ ਦੋਖੀਆਂ ਦੀ ਚਾਲ ਸਫਲ ਹੋਈ। ਵਿਸ਼ਾਘਾਤ ਕਰਦਿਆਂ ਹੋਇਆ ਜਿਸ ਮਹਾਨ ਯੋਧੇ ਨੂੰ ਪਹਿਲਾਂ ਕਾਬੂ ਨਹੀਂ ਕੀਤਾ ਜਾ ਸਕਿਆ, ਚਮਕੌਰ ਦੇ ਮੈਦਾਨ ਦੇ ਵਿੱਚ ਲੱਖਾਂ ਫੌਜਾਂ, ਬੇਅੰਤ ਫੌਜਾਂ ਦਾ ਜਿਨ੍ਹਾਂ ਨੇ ਮੁਕਾਬਲਾ ਕੀਤਾ ਤੇ ਉੱਥੋਂ ਨਿਕਲੇ, ਵਿਸ਼ਾਘਾਤ ਦਾ ਸ਼ਿਕਾਰ ਹੋ ਕੇ ਦਸਮ ਪਾਤਸ਼ਾਹ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਗਿਆ। ਇਹ ਵਿਸ਼ਾਘਾਤ ਕੀਤਾ ਗਿਆ। ਭਾਵਨਾ ਵਾਲੇ ਸ਼ਰਧਾਲੂ ਬਣ ਕੇ ਪਠਾਨ ਆਏ, ਜਿਨ੍ਹਾਂ ਨੇ ਫਿਰ ਸਤਿਗੁਰਾਂ ਤੇ ਅਟੈਕ ਕੀਤਾ। ਵਾਰ ਬਹੁਤ ਕਾਰੀ ਲੱਗਾ, ਜਿਹਨੂੰ ਘਾਤਕ ਆਖਿਆ ਜਾਂਦਾ ਹੈ, ਜਾਨਲੇਵਾ ਵਾਰ ਹੋਇਆ। ਉਸ ਦਾ ਨਤੀਜਾ ਇਹ ਹੋਇਆ। ਇਹ ਵਿਚਾਰਾਂ ਫਿਰ ਆਪਾਂ ਕੁਝ ਸਮੇਂ ਨਾਲ ਕਰਤਾਰ ਚ ਆਇਆ ਤੇ ਭਲਕੇ ਕਰਾਂਗੇ। ਅਸੀਂ ਜਪ ਸਾਹਿਬ ਦੀ ਵਿਚਾਰ ਕਰਨੀ ਆਰੰਭੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜਪ ਬਾਣੀ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਰਚਿਤ ਹੈ। ਔਰ ਜੋ ਇਹ ਪਵਿੱਤਰ ਬਾਣੀ ਹੈ, ਅਸੀਂ ਉਹਨੂੰ ਆਪਣੀ ਸ਼ਬਦਾਵਲੀ ਵਿੱਚ ਆਪਣੀ ਭਾਵਨਾ ਨਾਲ ਜਪ ਸਾਹਿਬ, ਜਪ ਜੀ ਸਾਹਿਬ ਇਤਿਆਦਿਕ ਨਾਵਾਂ ਨਾਲ ਸੰਬੋਧਨ ਕਰਦੇ ਹਾਂ, ਯਾਦ ਕਰਦੇ ਹਾਂ। ਪਰ ਅਸੀਂ ਕਿ ਕੱਲ੍ਹ ਜਦੋਂ ਵਿਚਾਰ ਰਹੇ ਸਾਂ ਕਿ ਆਦਿ ਦੇ ਵਿੱਚ ਇਸ ਬਾਣੀ ਦੀ ਆਰੰਭਤਾ ਦੇ ਵਿੱਚ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਆਪ ਇਸ ਦਾ ਨਾਮ ਰੱਖਿਆ, ਪਵਿੱਤਰ ਬਾਣੀ ਦਾ, ਤੇ ਨਾਮ ਰੱਖਿਆ ਜਪ। ਕੀ ਨਾਮ ਰੱਖਿਆ? ਜਪ। ਸਤਿਗੁਰੂ ਜੀ ਨੇ, ਮਹਾਰਾਜ ਨੇ ਜਪ ਕਹਿਣ ਤੋਂ ਬਾਅਦ ਫਿਰ ਇੱਕ ਸ਼ਲੋਕ ਆਖਿਆ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹੈ। ਜੋ ਆਦਿ ਦਾ ਮੰਗਲ ਜਿਸ ਨੂੰ ਆਖਿਆ ਗਿਆ। ਇਸ ਤੋਂ ਪਹਿਲਾਂ ਮੂਲ ਮੰਤਰ ਸੀ ਜੋ ਸਾਰੀ ਬਾਣੀ ਦੇ ਆਦਿ ਵਿੱਚ ਆਇਆ, ਆਰੰਭ ਵਿੱਚ ਆਇਆ। ਇਹ ਮੰਗਲ ਸੀ ਜੋ ਜਪ ਦੇ ਆਰੰਭ ਦੇ ਵਿੱਚ ਆਇਆ। ਇਸ ਮੰਗਲ ਤੋਂ ਬਾਅਦ ਸਤਿਗੁਰਾਂ ਨੇ ਅਗਲੀ ਪੌੜੀ ਜੋ ਆਖੀ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਇੱਥੋਂ ਆਰੰਭ ਹੋਈ। ਔਰ ਇਸ ਪੌੜੀ ਦੀ ਵਿਚਾਰ ਅਸਾਂ ਕੀਤੀ। ਅੰਤਮ ਪੰਕਤੀ ਸੀ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਰਜ਼ਾਈ ਆਖਿਆ ਗਿਆ ਰਜ਼ਾ ਦਾ ਮਾਲਕ, ਭਾਣੇ ਦਾ ਮਾਲਕ, ਹੁਕਮ ਦਾ ਮਾਲਕ। ਜੇ ਮਨੁੱਖ ਨੇ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨੀ ਹੈ, ਗੁਰੂ ਨਾਨਕ ਦੀਆਂ, ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ, ਤਾਂ ਉਸ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਗੁਰੂ ਪਰਮੇਸ਼ਰ ਦੀ ਆਗਿਆ ਵਿੱਚ ਰਹਿ ਕੇ ਹੀ ਆਪਣੇ ਜੀਵਨ ਨੂੰ ਸਫਲ ਕਰ ਸਕਦਾ ਹੈ। ਜਿਤਨਾ ਆਗਿਆ ਵਿੱਚ ਰਹੇਗਾ, ਜਿੰਨਾ ਹੁਕਮ ਦੇ ਅਨੁਸਾਰ ਚੱਲੇਗਾ, ਓਨਾ ਉਸ ਦਾ ਜੀਵਨ ਨਿਰਮਲ ਹੋਵੇਗਾ, ਉਤਨਾ। ਔਰ ਹਜ਼ੂਰ ਨੇ ਆਖਿਆ, ਇਸ ਢੰਗ ਦੇ ਨਾਲ ਮਨੁੱਖ ਸਚਿਆਰ ਹੋ ਸਕਦਾ ਹੈ। ਜੇ ਅਸੀਂ ਧਿਆਨ ਕਰੀਏ ਕਿ ਮੈਂ ਸਚਿਆਰ ਕਿਵੇਂ ਬਣ ਸਕਦਾ, ਸਚਿਆਰ ਹੁੰਦਾ ਹੈ ਸੱਚ ਦਾ ਘਰ। ਭਾਵ ਮੈਂ ਪੂਰੇ ਸੂਰੇ ਤੌਰ ਤੇ ਮੈਂ ਸੱਚ ਦਾ ਘਰ ਕਿਵੇਂ ਬਣ ਸਕਦਾ। ਸੱਚ ਕੀ ਹੋਇਆ? ਜੋ ਕਦੀ ਮਰਦਾ ਨਾ ਹੋਵੇ, ਕਦੀ ਮੁੱਕਦਾ ਨਾ ਹੋਵੇ, ਤੇ ਸੱਚ ਹੈ ਪਰਮੇਸ਼ਰ ਕਰਤਾਰ। ਇਹ ਸਰੀਰ ਬਣਾਇਆ ਤਾਂ ਕਰਤਾਰ ਨੇ, ਵਾਹਿਗੁਰੂ ਜੀ ਨੇ, ਹਰੀ ਮੰਦਰ ਦੇ ਤੌਰ ਤੇ ਹੈ, ਵਾਹਿਗੁਰੂ ਜੀ ਦੇ ਨਿਵਾਸ ਦਾ ਥਾਂ। ਲੇਕਿਨ ਅਸੀਂ ਆਪਣੇ ਵਿਕਾਰਾਂ ਦੇ ਅਧੀਨ ਹੋ ਕੇ, ਅਗਿਆਨੀ ਬਣ ਕੇ ਇਸ ਸਰੀਰ ਨੂੰ ਕੀ ਬਣਾ ਲੈਂਦੇ ਹਾਂ ਭਲਾ? ਯੋਗ ਹੀ ਨਹੀਂ ਰਹਿ ਜਾਂਦਾ ਸਾਡੇ ਅੰਦਰ, ਇਹ ਯੋਗਤਾ ਹੀ ਨਹੀਂ ਰਹਿ ਜਾਂਦੀ ਕਿ ਅਸੀਂ ਕਹਿ ਲਈਏ ਕਿ ਸਾਡਾ ਸਰੀਰ ਜਿਹੜਾ ਇਹ ਹਰੀ ਮੰਦਰ ਹੈ, ਵਾਹਿਗੁਰੂ ਜੀ ਦਾ ਨਿਵਾਸ ਸਥਾਨ ਹੈ। ਤਾਂ ਸਤਿਗੁਰੂ ਜੀ ਮਹਾਰਾਜ ਫਿਰ ਸਾਨੂੰ ਪਿਆਰ ਨਾਲ ਸਮਝਾਉਂਦੇ ਨੇ, ਜੇ ਅਸੀਂ ਚਾਹੁੰਦੇ ਹਾਂ ਤੇ ਫਿਰ ਸਾਨੂੰ ਐਂ ਕਰਨਾ ਚਾਹੀਦਾ ਹੈ, ਚੱਲਣਾ ਚਾਹੀਦਾ ਹੈ। ਹੁਣ ਜਦੋਂ ਹੁਕਮ ਦੀ ਬਾਤ ਆਈ
ਤਾਂ ਤੁਹਾਡੇ ਸਾਡੇ ਅੰਦਰ ਵੀ ਇਸ ਪ੍ਰਕਾਰ ਦਾ ਸਵਾਲ ਅੱਜ ਵੀ ਆ ਸਕਦਾ ਹੈ, ਹੁਕਮ ਕੀ ਹੋਇਆ ਭਲਾ? ਵਾਹਿਗੁਰੂ, ਹੁਕਮ ਕੀ ਹੈ? ਆਓ ਸਤਿਗੁਰਾਂ ਦੇ ਪਾਵਨ ਵਚਨਾਂ ਦੇ ਰਾਹੀਂ ਅਸੀਂ ਸਮਝਣ ਦਾ ਯਤਨ ਕਰੀਏ, ਹੁਕਮ ਕੀ ਹੈ, ਹੁਕਮ ਦੇ ਬਾਬਤ ਕੀ ਕਿਹਾ ਜਾ ਸਕਦਾ ਹੈ। ਸਤਿਗੁਰੂ ਜੀ ਨੇ ਨਾ ਇੱਥੋਂ ਫਿਰ ਵਚਨ ਆਰੰਭ ਕੀਤਾ, ਕਹਿਣ ਲੱਗੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਆਕਾਰ, ਹੁਕਮ ਦੇ ਨਾਲ ਸਾਰੇ ਆਕਾਰ ਬਣੇ ਨੇ, ਬਣਦੇ ਨੇ। ਪਰ ਜੇ ਕੋਈ ਹੁਕਮ ਦੀ ਅਵਸਥਾ ਜਾਣਨਾ ਚਾਹੇ ਕਿ ਹੁਕਮ ਦੀ ਤਾਰੀਫ ਕੀ ਹੈ, ਤਾਰੀਫ ਕਹਿੰਦੇ ਨੇ ਫਾਰਸੀ ਵਿੱਚ, ਅੰਗਰੇਜ਼ੀ ਵਿੱਚ ਗੱਲ ਨੂੰ ਸਮਝਣ ਵਾਸਤੇ ਅਸੀਂ ਕਹਿੰਦੇ ਡੈਫੀਨੇਸ਼ਨ। ਡੈਫੀਨੇਸ਼ਨ ਕੀ ਹੈ? ਤੇ ਸਤਿਗੁਰੂ ਕਹਿੰਦੇ ਨੇ ਹੁਕਮ ਦੀ ਮਹਿਮਾ ਬੇਅੰਤ ਹੈ, ਹੁਕਮ ਨਾ ਕਹਿਆ ਜਾਈ। ਹੁਕਮ ਦੇ ਬਾਬਤ ਬਹੁਤ ਕੁਝ ਨਹੀਂ ਕਿਹਾ ਜਾ ਸਕਦਾ, ਨਹੀਂ ਕਿਹਾ ਜਾ ਸਕਦਾ, ਬਹੁਤ ਕੁਝ ਨਹੀਂ ਕਿਹਾ ਜਾ ਸਕਦਾ। ਤਾਂ ਕੀ ਭਾਵ ਹੈ? ਜਿੰਨਾ ਹੀ ਆਖੋਗੇ, ਜਿੰਨਾ ਹੀ ਜ਼ਿਕਰ ਕਰੋਗੇ, ਓਨਾ ਹੀ ਥੋੜਾ ਹੈ। ਤੁਸੀਂ ਇਹ ਸਮਝ ਲੈਣਾ ਕਿ ਸਭ ਆਕਾਰ ਜਿਤਨੇ ਬਣੇ ਨੇ, ਜਿਤਨੇ ਹੋਏ ਨੇ, ਜਿਤਨੇ ਹੋ ਰਹੇ ਨੇ, ਇਹ ਸਾਰੇ ਦੇ ਸਾਰੇ ਆਕਾਰ ਉਸ ਕਰਤਾਰ ਦੇ ਹੁਕਮ ਦੇ ਅਨੁਸਾਰ ਨੇ, ਹੁਕਮ ਦੇ ਨਾਲ ਨੇ। ਤੀਸਰੀ ਗੱਲ ਹੈ ਹੁਕਮ ਦੇ ਵਿੱਚ ਨੇ। ਅੱਗੇ ਚੱਲ ਕੇ ਵੀ ਨਾ ਮਹਾਰਾਜ ਜਦੋਂ ਬਚਨ ਕਰਦੇ ਨੇ, ਹੁਕਮ ਦੀ ਬਾਤ ਆਵੇਗੀ, ਸ੍ਰਿਸ਼ਟੀ ਸਾਜਨ ਦੀ ਬਾਤ ਆਵੇਗੀ, ਤਾਂ ਉੱਥੇ ਵੀ ਫਿਰ ਅਸੀਂ ਵਿਚਾਰਾਂਗੇ। ਸਤਿਗੁਰਾਂ ਨੇ ਇਉਂ ਆਖਿਆ ਕਿ ਏਕ ਕਵਾਵੈ ਤੇ ਸਭ ਹੋਆ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਹਾਂਜੀ ਲਖ ਦਰਿਆਓ। ਕਿਸ ਨੇ ਕੀਤੇ? ਉਸ ਕਰਤਾਰ ਨੇ, ਵਾਹਿਗੁਰੂ ਨੇ ਕੀਤੇ। ਆਪਣੇ ਹੁਕਮ ਦੇ ਨਾਲ ਇਤਨੀ ਸਾਰੀ ਜਿਹੜੀ ਸੀ ਨਾ ਉਹ ਸਾਜਨਾ ਕਰ ਦਿੱਤੀ। ਜਿਸ ਸਾਜਨਾ ਦੇ ਵਿੱਚ ਮਨੁੱਖ ਵੀ ਆਇਆ। ਹੁਕਮੀ ਹੋਵਣ ਜੀ, ਹੁਕਮ ਮਿਲੈ ਵਡਿਆਈ। ਜੀ ਤੋਂ ਭਾਵ ਹੈ ਜੀਵ, ਇੱਕ ਤੋਂ ਵਧੇਕ ਜਿਤਨੇ ਜੀਵ ਨੇ, ਉਹਨਾਂ ਸਾਰਿਆਂ ਦੀ ਸਾਜਨਾ ਹੁਕਮ ਦੇ ਵਿੱਚ ਹੋਈ, ਹੁਕਮ ਦੇ ਨਾਲ ਹੋਈ। ਮੈਂ ਦੋਵੇਂ ਸ਼ਬਦ ਨਾਲ ਨਾਲ ਵਰਤ ਰਿਹਾ, ਹੁਕਮ ਦੇ ਵਿੱਚ, ਹੁਕਮ ਦੇ ਨਾਲ। ਹੁਕਮੀ ਹੋਵਣ ਜੀ, ਇਹ ਬਹੁਵਚਨੀ ਨਾਮ ਹੈ। ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਜਿੱਥੇ ਸਿਧਾਂਤਕ ਰੂਪ ਦੇ ਵਿੱਚ ਇਸ ਦੀ ਕਾਵ ਰੂਪ ਵਿੱਚ ਲਿਆਂਦਾ, ਜਦੋਂ ਇੱਕ ਵਚਨ ਹੋਇਆ ਤੇ ਅਕਸਰ ਉੱਥੇ ਜੀਵ ਲਿਖਿਆ, ਜਿੱਥੇ ਬਹੁਵਚਨ ਹੋਇਆ ਤੇ ਉੱਥੇ ਜੀ ਲਿਖੇ, ਜੱਜੇ ਨੂੰ ਬਿਹਾੜੀ ਤੇ ਐੜਾ। ਕੁਝ ਸੱਜਣ ਉਚਾਰਨ ਕਰਦੇ ਕਹਿੰਦੇ ਜੀਆ, ਜੀ ਆ ਨਹੀਂ ਕਿਹਾ ਜਾ ਸਕਦਾ, ਕਿਉਂਕਿ ਐੜੇ ਨੂੰ ਪਿੱਛੇ ਨਾ ਕੰਨਾ ਨਹੀਂ ਹੈਗਾ। ਇਸ ਲਈ ਇਹ ਧਿਆਨ ਰੱਖ ਕੇ ਆਵਾਜ਼ ਨੂੰ, ਧੁਨੀ ਨੂੰ, ਐੜੇ ਨੂੰ ਧਿਆਨ 'ਚ ਰੱਖ ਕੇ ਥੋੜਾ ਜਿਹਾ ਲਮਕਾ ਦੇ ਨਾਲ ਪੜ੍ਹਨਾ। ਹੁਕਮੀ ਹੋਣ ਜੀ, ਜਿਵੇਂ ਹੁਣ ਤੁਸੀਂ ਸੋਦਰ ਦਾ ਪਾਠ ਕਰਕੇ ਆਏ ਹੋ, ਰਹਿਰਾ ਸਾਹਿਬ ਦਾ, ਸਭ ਜੀ ਤੁਮਾਰੇ ਜੀ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਦਾ ਵਚਨ ਹੈ ਨਾ, ਸਭ ਜੀ ਤੁਮਾਰੇ ਜੀ। ਜਿਹੜੀ ਦੂਜੀ ਜੀ ਹੈ, ਜਿਹਨੂੰ ਬਿਹਾਰੀ ਹੈ ਕੇਵਲ, ਉਹ ਸਤਕਾਰ ਬੋਧਕ ਸ਼ਬਦ ਹੈ। ਪਰ ਜਦੋਂ ਐੜਾ ਪਿੱਛੇ ਆਇਆ ਹੈ ਤੇ ਇਹ ਬਹੁਤੇ ਜੀਵਾਂ ਦੇ ਬਾਬਤ ਹੈ, ਤੇ ਜਦੋਂ ਐੜਾ ਹੈ ਪਿੱਛੇ ਤਾਂ ਅਸੀਂ ਪਾਠ ਕਰਨ ਲੱਗਿਆ ਥੋੜਾ ਜਿਹਾ ਲਮਕਾ ਰੱਖ ਕੇ ਨਾ ਧੁਨੀ ਦਾ ਉਚਾਰਨ ਕਰਨਾ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਹੁਕਮੀ ਹੋਵਣ ਜੀ, ਸਾਰੇ ਜੀਵ, ਕੇਵਲ ਮਨੁੱਖ ਨਹੀਂ, ਸਭ ਜੀ ਜਿਤਨੇ ਜੀਵ ਨੇ, ਉਹਨਾਂ ਸਾਰੇ ਜੀਵਾਂ ਦੇ ਵਿੱਚ ਵਨਾਸਪਤੀ ਦੇ ਵਿੱਚ ਨਿੱਕੇ ਨਿੱਕੇ ਕੀੜੇ, ਪਸੀਨੇ ਦੇ ਨਾਲ ਪੈਦਾ ਹੋਣ ਵਾਲੇ ਬਹੁਤ ਨਿੱਕੇ ਨਿੱਕੇ ਜੀਵ, ਜਿਹੜੇ ਕੇਵਲ ਖੁਰਦਬੀਨ ਨਾਲ ਵੇਖੇ ਜਾ ਸਕਦੇ ਹਨ, ਨੰਗੀ ਅੱਖ ਨਾਲ ਜਿਹੜੇ ਦਿਸਦੇ ਵੀ ਨਹੀਂ ਹੈ। ਚਾਰ ਪਾਏ ਜਾਨਵਰ, ਦੋ ਪੈਰਾਂ ਵਾਲੇ ਪੰਛੀ, ਇਹ ਵੀ ਸਾਰੇ, ਜ਼ਮੀਨ ਤੇ ਰਿੰਗਣ ਵਾਲੇ, ਪਾਣੀ ਵਿੱਚ ਤਰਨ ਵਾਲੇ, ਆਸਮਾਨ ਤੇ ਉੱਡਣ ਵਾਲੇ, ਔਰ ਇਸ ਦੇ ਨਾਲ ਨਾਲ ਮਨੁੱਖ। ਇਹ ਸਾਰੇ ਜੋ ਜੀਵ ਰਚਨਾ ਹੈ, ਸਾਰੀ ਦੀ ਸਾਰੀ ਗੁਰੂ ਬਾਬਾ ਜੀ ਕਹਿੰਦੇ ਨੇ ਇਹ ਹੁਕਮ ਦੇ ਅਨੁਸਾਰ ਹੈ, ਹੁਕਮ ਦੇ ਨਾਲ ਹੋਈ ਹੈ।
ਹੁਕਮੀ ਹੁਕਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ। ਹੁਕਮ ਦੇ ਵਿੱਚ ਚੱਲਦਿਆਂ ਹੋਇਆਂ ਹੀ ਕੋਈ ਉੱਤਮ ਬਿਰਤੀ ਵਾਲਾ ਹੈ, ਕੋਈ ਨੀਚ ਬਿਰਤੀ ਵਾਲਾ ਹੈ। ਜਿਹੜਾ ਨਾ ਭਾਰਤ ਦੇ ਵਿੱਚ ਜਨਮ ਕਰਕੇ, ਜਿਸ ਪਰਿਵਾਰ ਵਿੱਚ ਜਨਮ ਹੋਇਆ, ਉਸ ਤੇ ਆਧਾਰਿਤ ਵਰਨ ਵੰਡ ਨੂੰ ਧਿਆਨ 'ਚ ਰੱਖ ਕੇ ਕਿਸੇ ਨੂੰ ਉੱਤਮ ਜਾਤੀ ਦਾ ਆਖਿਆ, ਕਿਸੇ ਨੂੰ ਨੀਚ ਜਾਤੀ ਦਾ ਆਖਿਆ। ਸਤਿਗੁਰੂ ਉੱਥੇ ਵੀ ਸਾਡਾ ਧਿਆਨ ਦਿਵਾਉਂਦੇ ਨੇ। ਇਹ ਉੱਤਮ ਕਿਸੇ ਨੂੰ ਮੰਨ ਲੈਣਾ, ਨੀਚ ਕਿਸੇ ਨੂੰ ਮੰਨ ਲੈਣਾ, ਇਹ ਮਨੁੱਖਾਂ ਦਾ ਵਰਤਾਰਾ ਹੈ। ਪਰ ਵਾਹਿਗੁਰੂ ਹੀ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਅੱਗੇ ਚੱਲ ਕੇ ਨਾ ਫਿਰ ਸਾਨੂੰ ਸਮਝਾਉਂਦੇ ਨੇ, ਨਾਨਕ ਉੱਤਮ ਨੀਚ ਨਾ ਕੋਏ। ਜੇ ਸਾਰਿਆਂ ਦਾ ਸਿਰਜਣਹਾਰ, ਕਰਨਹਾਰ, ਕਰਤਾਰ ਇੱਕ ਹੈ, ਤਾਂ ਫਿਰ ਉੱਚਾ ਨੀਵਾਂ ਕਿਵੇਂ ਹੋਇਆ ਭਲਾ? ਜਾਤੀ ਕਰਕੇ ਕਿਸ ਨੂੰ ਆਖੀਏ ਵੀ ਉੱਤਮ ਹੈ, ਜਾਤੀ ਕਰਕੇ ਕਿਸ ਨੂੰ ਆਖੀਏ ਨੀਚ ਹੈ। ਅਸਲ ਵਿੱਚ ਸੁਰਤੀਆਂ ਬਿਰਤੀਆਂ ਕਰਕੇ ਹੈ। ਅਸੀਂ ਸਿਆਣੇ ਸੱਜਣਾ ਨੂੰ ਪਿਆਰ ਨਾਲ ਸਤਿਕਾਰ ਦਿੰਦੇ ਹਾਂ, ਆਖਦੇ ਹਾਂ ਬਹੁਤ ਚੰਗਾ ਇਨਸਾਨ ਹੈ, ਉੱਤਮ ਬਿਰਤੀ ਵਾਲਾ ਇਨਸਾਨ ਹੈ। ਉੱਤਮ ਬਿਰਤੀ ਵਾਲਾ ਇਨਸਾਨ ਉੱਤਮ ਹੋ ਗਿਆ। ਲੇਕਿਨ ਕੁਝ ਬੰਦਿਆਂ ਦੀਆਂ ਬਿਰਤੀਆਂ ਇੰਨੀਆਂ ਕਮਜ਼ੋਰ ਨੇ ਕਿ ਸਾਨੂੰ ਕਹਿਣਾ ਪੈ ਜਾਂਦਾ ਬੜੀ ਨੀਚ ਬਿਰਤੀ ਹੈ ਇਸ ਦੀ, ਤਾਂ ਨੀਚ ਬਿਰਤੀ ਵਾਲਾ ਨੀਚ ਹੋ ਗਿਆ। ਪਰ ਸਾਨੂੰ ਸਾਰਿਆਂ ਨੂੰ ਸਮਝਾਉਣ ਦੇ ਵਾਸਤੇ ਸਤਿਗੁਰਾਂ ਨੇ ਐਂ ਜ਼ਰੂਰ ਵਚਨ ਕੀਤਾ, ਚੇਤਾ ਰੱਖਿਓ ਜੇ ਉੱਤਮ ਨੂੰ ਨੀਚ ਨੂੰ ਪੈਦਾ ਕਰਨ ਵਾਲਾ ਕਰਤਾਰ ਆਪ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਪਹਿਲਾਂ ਆਖਿਆ ਜਿੱਥੇ ਉੱਤਮ ਤੇ ਨੀਚ ਹੋਣਾ ਇਹ ਉਸ ਦੇ ਹੁਕਮ ਵਿੱਚ ਹੈ, ਉਸ ਦੇ ਨਾਲ ਹੀ ਆਖਿਆ ਹੁਕਮ ਲਿਖ ਦੁੱਖ ਸੁਖ ਪਾਈ ਹੈ। ਦੁੱਖ ਤੇ ਸੁਖ ਬੰਦੇ ਜੋ ਪ੍ਰਾਪਤ ਕਰਦੇ ਨੇ, ਇਹ ਵੀ ਮਨੁੱਖ ਦੇ ਆਪਣੇ ਅਖਤਿਆਰ ਵਿੱਚ ਨਹੀਂ ਹੈ। ਸੰਸਕਾਰਾਂ ਨੂੰ ਧਿਆਨ ਵਿੱਚ ਰੱਖ ਕੇ ਵਾਹਿਗੁਰੂ ਜੀ ਨੇ ਜੀਵਾਂ ਨੂੰ, ਜਿਨ੍ਹਾਂ ਨੂੰ ਜਨਮ ਦਿੱਤਾ ਹੈ, ਉਹਨਾਂ ਸਾਰਿਆਂ ਦੇ ਮਸਤਕ ਤੇ ਕੁਝ ਲਿਖਿਆ ਹੈ। ਉਸ ਦੇ ਅਨੁਸਾਰ ਜੀਵ ਚੱਲਦੇ ਨੇ। ਹੁਕਮ ਦੇ ਅਨੁਸਾਰ ਦੁੱਖ ਵੀ ਪਾਉਂਦੇ ਨੇ ਔਰ ਸੁੱਖ ਵੀ ਪ੍ਰਾਪਤ ਕਰਦੇ ਨੇ। ਫਿਰ ਆਖਿਆ ਇੱਕ ਨਾ ਹੁਕਮੀ ਬਖਸ਼ੀਸ, ਹੁਕਮ ਦੇ ਅਨੁਸਾਰ ਚੱਲਦਿਆਂ ਹੋਇਆਂ ਕੁਝ ਲੋਕਾਂ ਨੂੰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਉੱਤਮ ਬਿਰਤੀ ਪ੍ਰਾਪਤ ਹੋਈ, ਉੱਤਮ ਕਰਮ ਕੀਤੇ ਤਾਂ ਉਹਨਾਂ ਨੂੰ ਸਨਮਾਨ ਦਿੱਤਾ ਗਿਆ। ਲੇਕਿਨ ਕੁਝ ਐਸੇ ਵੀ ਨੇ ਜਿਹੜੇ ਉੱਤਮ ਬਿਰਤੀ ਦੀ ਨੀਚ ਬਿਰਤੀ ਵਾਲੇ ਬਣਦੇ ਨੇ। ਨਾ ਉਹਨਾਂ ਦੇ ਅੰਦਰ ਟਿਕਾ ਆਉਂਦਾ, ਨਾ ਉਹ ਸਮਾਜ ਦੇ ਵਿੱਚ, ਨਾ ਉਹ ਧਰਮ ਦੇ ਖੇਤਰ ਦੇ ਵਿੱਚ ਸਨਮਾਨ ਪ੍ਰਾਪਤ ਕਰਦੇ ਨੇ, ਸਰੂਪਾ ਪ੍ਰਾਪਤ ਕਰਦੇ ਨੇ, ਭਟਕਦੇ ਰਹਿੰਦੇ ਨੇ। ਹੁਕਮੀ ਸਦਾ ਭਵਾਈ ਹੈ, ਉਹ ਸਾਰੇ ਹੁਕਮ ਵਿੱਚ ਭਟਕਦੇ ਰਹਿੰਦੇ ਨੇ। ਫਿਰ ਆਖਿਆ ਪਾਤਸ਼ਾਹ ਜੀ ਨੇ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਚੇਤਾ ਰੱਖਿਓ ਜੇ ਅਸੀਂ ਜੋ ਪਹਿਲਾਂ ਵਚਨ ਕੀਤਾ ਹੈ ਨਾ ਕਿ ਹੁਕਮ ਦੀ ਮਹਿਮਾ ਕਹੀ ਨਹੀਂ ਜਾ ਸਕਦੀ, ਉਹ ਇਸ ਕਰਕੇ ਹੈ ਕਿ ਹੁਕਮ ਬਹੁਤ ਪ੍ਰਬਲ ਹੈ। ਹੁਕਮ ਦੇ ਨਾਲ ਜੀਵ ਪੈਦਾ ਹੋਏ, ਹੁਕਮ ਦੇ ਨਾਲ ਜਿਉਂਦੇ ਨੇ, ਹੁਕਮ ਦੇ ਨਾਲ ਜਾਂਦੇ ਨੇ। ਔਰ ਇਸ ਦੇ ਨਾਲ ਹੀ ਤੁਸੀਂ ਧਿਆਨ ਰੱਖਿਓ ਜੇ ਕਿ ਹੁਕਮ ਦੇ ਵਿੱਚ ਚੱਲਦਿਆਂ ਹੋਇਆਂ ਹੀ ਆਪਣੇ ਜੀਵਨ ਨੂੰ ਤੋਰਦੇ ਨੇ। ਹੁਕਮ ਦੇ ਵਿੱਚ ਜੀਵ ਆਇਆ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਹੁਤ ਪਿਆਰਾ ਮਨੋਹਰ ਬਚਨ ਹੈ ਸਾਨੂੰ ਗੱਲ ਨੂੰ ਸਮਝਾਉਣ ਵਾਸਤੇ। ਹੁਕਮੈ ਅੰਦਰ ਨਿੰਮਿਆ ਪਿਆਰੇ, ਹੁਕਮੈ ਉਦਰ ਮੰਝਾਰ। ਨਿਮਣਾ ਹੁੰਦਾ ਹੈ ਹੋਂਦ ਦੀ ਬਿਗਨਿੰਗ, ਹੋਂਦ ਦੀ ਬਿਗਨਿੰਗ ਨਿਮਣਾ, ਪੁੰਗਰਨਾ ਉਸਨੂੰ ਅਸੀਂ ਫਰਦਰ ਕਹਿ ਲੈਂਦੇ ਆ। ਇਹ ਪੁੰਗਰਨਾ ਮਨੁੱਖ ਦਾ, ਜੀਵ ਦਾ ਕਿਵੇਂ ਹੋਇਆ? ਹਜ਼ੂਰ ਕਹਿੰਦੇ ਨੇ ਵਾਹਿਗੁਰੂ ਜੀ ਦੇ ਹੁਕਮ ਦੇ ਅੰਦਰ। ਕਿੱਥੇ ਹੋਇਆ? ਮਾਤਾ ਦੇ ਪੇਟ ਵਿੱਚ। ਉਦਰ ਮੈਨਾ ਮਾਤਾ ਦਾ ਪੇਟ, ਮਾਂ ਗਰਭਵਤੀ ਹੋਈ। ਫਿਰ ਹੁਕਮੈ ਅੰਦਰ ਜੰਮਿਆ ਪਿਆਰੇ, ਉਧੋ ਸਿਰ ਕੈ ਭਾਰ। ਫਿਰ ਹੁਕਮ ਦੇ ਵਿੱਚ ਹੀ ਉਸ ਦਾ ਜਨਮ ਹੋਇਆ। ਸਿਰ ਭਾਰ, ਸਾਰਿਆਂ ਦੇ ਜਨਮ ਇਵੇਂ ਨਹੀਂ ਹੋਇਆ।
एक नेम ही है सारिਆਂ ਦੇ ਵਾਸਤੇ। फिर सतगुਰਾਂ ने इत्थे ख्याल ਨੂੰ रोकिया नहीं है। हुक्मै अंदर निमिया प्यारे, हुक्मै उधर मझार, हुक्मै अंदर जमिया प्यारे, उदो सिर कै भार, हुक्मै अंदर आया प्यारे, हुक्मै जांदो जाए, हुक्मै बन चलाइए प्यारे। वाहिगुरू, कोई मनुख भी हुक्म तो बाहर नहीं है। ਅਸੀਂ ਇਸ ਲਈ ਆਖਦੇ ਹਾਂ, ਦੂਜੇ ਪਾਤਸ਼ਾਹ ਦਾ ਵਚਨ, ਜਿੰਨਾ ਚੀਰੀ ਚੱਲਣਾ ਲਿਖੀ ਹੋਈ ਚਿੱਠੀ ਦੇ ਅਨੁਸਾਰ ਜਿਨ੍ਹਾਂ ਨੇ ਜਾਣਾ ਹੁੰਦਾ ਹੈ। ਹੱਥ ਤਿਨਾ ਕਿਛ ਨਾ ਹੈ, ਸਾਹਿਬ ਕਾ ਫਰਮਾਨ ਹੋਏ, ਉੱਠੀ ਕਰ ਲੈ ਪਾਏ। ਜਿੰਨਾ ਚੀਰੀ ਲਿਖਿਆ, ਜਿਹਾ ਚੀਰੀ ਲਿਖਿਆ, ਤਿਹਿਆ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸੱਦੇ, ਉੱਠੀ ਜਾਏ। ਇੱਕ ਬਹੁਤ ਵਿਸ਼ੇਸ਼ ਬਾਤ ਹੈ, ਬਹੁਤ ਵਿਸ਼ੇਸ਼ ਬਾਤ। ਤੁਹਾਨੂੰ ਬਾਕੀ ਮਤਾਂ ਮਜ਼ਹਬਾਂ ਦੇ ਵਿੱਚ ਕਿਤੇ ਐਸਾ ਨਹੀਂ ਹੋਵੇਗਾ, ਜਦੋਂ ਤੁਸੀਂ ਕੰਪੈਰੀਟਿਵ ਸਟੱਡੀ ਕਰੋਗੇ, ਤੁਲਨਾਤਮਕ ਅਧਿਐਨ ਕਰੋਗੇ, ਤੁਹਾਨੂੰ ਨਹੀਂ ਮਿਲੇਗਾ। ਕੇਵਲ ਸਿੱਖ ਹੈ, ਗੁਰੂ ਨਾਨਕ ਦਾ ਸਿੱਖ ਹੈ, ਜਿਸ ਵੇਲੇ ਉਸ ਦਾ ਕੋਈ ਹਿੱਤੂ, ਕੋਈ ਪਿਆਰਾ ਚਲਾਣਾ ਕਰ ਵੀ ਜਾਂਦਾ ਹੈ, ਤਾਂ ਸਰੀਰ ਦਾ ਦਾਹ ਸੰਸਕਾਰ ਕਰਕੇ ਆ ਕੇ ਮੁੜ ਕੇ ਨਾਲੇ ਤਾਂ ਸੋਹਿਲਾ ਸਾਹਿਬ ਦਾ ਪਾਠ ਕਰਦਾ ਹੈ, ਨਾਲੇ ਆਨੰਦ ਸਾਹਿਬ ਦਾ ਪਾਠ ਕਰਦਾ ਹੈ, ਤੇ ਨਾਲੇ ਫਿਰ ਕੜਾਹ ਪ੍ਰਸ਼ਾਦ ਤਿਆਰ ਕਰਕੇ ਤੇ ਵਰਤਾਉਂਦਾ ਹੈ, ਛਕਦਾ ਵੀ ਹੈ, ਛਕਾਉਂਦਾ ਵੀ ਹੈ। ਹਰ ਵੇਲੇ ਤਾਂ ਕੋਈ ਬੁੱਢਾ ਬਾਬਾ ਬਣ ਕੇ ਤਾਂ ਨਹੀਂ ਜਾਂਦਾ ਨਾ, ਹਰ ਵੇਲੇ ਬੁੱਢਾ ਬਾਬਾ ਬਣ ਕੇ ਜਾਂਦਾ ਹੈ। ਕਈ ਵਾਰੀ ਬਹੁਤ ਛੋਟੇ ਛੋਟੇ ਬੱਚੇ ਜਿਹੜੇ ਨੇ, ਸਮਾਂ ਆ ਗਿਆ ਚਲੇ ਜਾਂਦੇ ਨੇ, ਔਰ ਕਈ ਵਾਰੀ ਜਵਾਨ ਬੱਚਿਆਂ ਨੂੰ ਵੀ ਮੋਢਿਆਂ ਤੇ ਚੁੱਕ ਕੇ ਤੇ ਛੱਡਣ ਜਾਣਾ ਪੈ ਜਾਂਦਾ ਹੈ। ਕੋਈ ਵੀ ਅਵਸਥਾ ਹੋਵੇ, ਸਾਰੇ ਜਿਹੜੇ ਦੂਸਰੇ ਮਤਾਂ ਮਜ਼ਹਬਾਂ ਨਾਲ ਸੰਬੰਧ ਰੱਖਣ ਵਾਲੇ ਨੇ, ਉਹ ਇਸ ਵਿਲੱਖਣਤਾ ਦੀ ਗੱਲ ਕਰਦੇ ਨੇ ਕਿ ਇਹ ਇੰਨੇ ਸਦਾ ਭਾਣੇ ਵਿੱਚ ਰਹਿਣ ਵਾਲੇ ਨੇ, ਹੁਕਮ ਦੇ ਵਿੱਚ ਰਹਿਣ ਵਾਲੇ ਨੇ, ਕਿ ਆਪਣੇ ਹੱਥੀਂ ਜਲਾ ਕੇ ਵੀ, ਦਾਹ ਸੰਸਕਾਰ ਕਰਕੇ ਵੀ ਸਾਰੇ ਫਿਰ ਹੁਣ ਸ਼ਬਦੋਂ ਵਰਤਦੇ ਨੇ ਹਲਵਾ। ਅਸੀਂ ਤਾਂ ਅਦਬ ਨਾਲ ਕੜਾਹ ਪ੍ਰਸ਼ਾਦ ਆਖਦੇ ਹਾਂ, ਦੇਗ ਆਖਦੇ ਹਾਂ, ਉਹ ਕਹਿੰਦੇ ਨੇ ਫਿਰ ਹਲਵਾ ਵੰਡ ਕੇ ਖਾਂਦੇ ਨੇ। ਵਾਹਿਗੁਰੂ, ਜਿਹੜਾ ਕਿ ਖੁਸ਼ੀ ਦਾ ਸੰਕੇਤ ਆਮ ਤੌਰ ਤੇ ਸਮਾਜ ਵਿੱਚ ਮੰਨਿਆ ਗਿਆ ਹੈ। ਇਹ ਕਿਵੇਂ ਕਰ ਲੈਂਦੇ ਨੇ? ਬਿਨਾਂ ਸ਼ੱਕ ਮਨ ਭਾਵੇਂ ਕਿੰਨਾ ਦੁਖਿਆ ਹੋਵੇ, ਪਰ ਫਿਰ ਵੀ ਸਤਿਗੁਰਾਂ ਨੇ ਆਖਿਆ ਨਾ, ਰਜ਼ਾ ਮੰਨ ਕੇ ਚੱਲੋ, ਰਜ਼ਾ ਮੰਨ ਕੇ, ਹੁਕਮ ਮੰਨ ਕੇ ਚੱਲੋ। ਉਸ ਦਾ ਹੁਕਮ ਹੋਇਆ ਹੈ, ਅਸੀਂ ਮਜਬੂਰਨ ਛੱਡ ਕੇ ਆਏ ਹਾਂ। ਨਹੀਂ ਤਾਂ ਕੌਣ ਆਪਣੇ ਬੱਚੇ ਨੂੰ ਛੱਡ ਕੇ ਆਉਂਦਾ ਹੈ, ਆਪਣੀ ਹਿੱਤੂ ਨੂੰ ਛੱਡ ਕੇ ਆਉਂਦਾ ਹੈ, ਆਪਣੇ ਹੱਥੀਂ ਅੱਗ ਲਾਉਂਦਾ। ਫਿਰ ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਥੇ ਵੀ ਫਰਮਾਨ ਕੀਤਾ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਜੇ ਹੁਕਮ ਨੂੰ ਸਮਝ ਲਵੇ ਤਾਂ ਉਸ ਵੇਲੇ ਫਿਰ ਆਪ ਹੁਦਰੀਆਂ ਨਹੀਂ ਕਰਦਾ, ਆਪਣੀ ਮਰਜ਼ੀ ਨਾਲ ਨਹੀਂ ਚੱਲਦਾ। ਐਸਾ ਨਹੀਂ। ਫਿਰ ਜਦੋਂ ਮਨੁੱਖ ਨਾ ਆਪੇ ਤੇ ਆ ਜਾਂਦਾ ਹੈ, ਫਿਰ ਰੋਂਦਾ ਵੀ ਹੈ, ਢਾਹਾਂ ਵੀ ਮਾਰਦਾ ਹੈ, ਅਫਸੋਸ ਵੀ ਪ੍ਰਗਟ ਕਰਦਾ ਹੈ। ਅਸੀਂ ਆਮ ਤੌਰ ਤੇ ਨਾ ਲੋਕਾਚਾਰੀ ਦੀ ਕਰਦੇ ਹਾਂ, ਜਦੋਂ ਮਿਲਦੇ ਗਿਲਦੇ ਹਾਂ ਹਮਦਰਦੀ, ਗਏ ਤਾਂ ਹੁੰਦੇ ਹਮਦਰਦੀ ਪ੍ਰਗਟ ਕਰਨ ਵਾਸਤੇ, ਪਰ ਕਿਹੜੇ ਲਫ਼ਜ਼ਾਂ ਵਿੱਚ ਅਸੀਂ ਕਰਦੇ ਹਾਂ? ਬੜਾ ਅਫਸੋਸ ਹੋਇਆ ਭਾਈ। ਇਹ ਨਾ ਲਫ਼ਜ਼ ਆਮ ਪ੍ਰਚਲਿਤ ਹੈ, ਔਰ ਹੌਲੀ 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 ਕਰਕੇ ਸਾਡੇ ਜੀਵਨ ਵਿੱਚ ਇੱਥੋਂ ਤੱਕ ਹੋ ਗਿਆ ਵੀ ਜੇ ਕੋਈ ਨਹੀਂ ਆਇਆ, ਕਿਸੇ ਨੇ ਇਹ ਲਫ਼ਜ਼ ਨਹੀਂ ਆਖੇ, ਤਾਂ ਫਿਰ ਆਖਿਆ ਜਾਂਦਾ ਵੀ ਇਹਨੇ ਅਫਸੋਸ ਵੀ ਮੈਨੂੰ ਪ੍ਰਗਟ ਨਹੀਂ ਕੀਤਾ। ਸਤਿਗੁਰੂ ਮਹਾਰਾਜ ਤਾਂ ਅਫਸੋਸ ਸ਼ਬਦ ਨੂੰ ਨੇੜੇ ਹੀ ਨਹੀਂ ਆਉਣ ਦਿੰਦੇ। ਇਹ ਕਹਿੰਦੇ ਨੇ ਤਾਂ ਸਾਰੀ ਹੁਕਮ ਦੀ ਖੇਡ, ਅਫਸੋਸ ਕਿੱਥੇ ਹੈ? ਅਫਸੋਸ ਨਹੀਂ ਹੈ। ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਸਾਹਿਬ ਜਿਸ ਵੇਲੇ ਇਹ ਸਾਰੀ ਰਸਮ ਨਿਭਾਈ, ਤੁਸੀਂ ਜਿਹੜੇ ਬਾਅਦ ਵਿੱਚ ਆਏ ਹੋ ਚੇਤਾ ਰੱਖਿਓ ਜੀ ਕਿ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਿਆਈ ਪੁਰਬ ਵੀ ਹੈ। ਇਹ ਜਿਸ ਵੇਲੇ ਰਸਮ ਨਿਭਾਈ ਤੇ ਬਚਨ ਕੀਤਾ, ਆਗਿਆ ਪਈ ਅਕਾਲ ਕੀ ਤਭੀ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ। ਹਾਂਜੀ, ਗੁਰੂ ਮਾਨਿਓ ਗ੍ਰੰਥ ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਕਲੀਅਰ ਹੋ ਗਿਆ ਨਾ ਕਿ ਗੁਰੂ ਸਾਹਿਬ ਜਾ ਰਹੇ ਨੇ, ਕਿਉਂਕਿ ਪਹਿਲਾਂ ਇਵੇਂ ਚੱਲਦਾ ਚੱਲਿਆ ਆਇਆ। ਜਦੋਂ ਜਾਣ ਵਾਲੇ ਹੁੰਦੇ ਸਨ, ਫਿਰ ਆਪਣੀ ਥਾਂ ਤੇ
ਅਗਲੇ ਨੂੰ ਸੁਸ਼ੋਭਿਤ ਕਰਿਆ ਕਰਦੇ ਸਨ। ਇਹਨਾਂ ਨੇ ਕਰ ਦਿੱਤਾ, ਇਸ ਦਾ ਮਤਲਬ ਜਾ ਰਹੇ ਨੇ। ਕਿੰਨੀ ਉਮਰ ਸੀ ਉਸ ਵੇਲੇ? ਅਸੀਂ ਅਕਸਰ ਹੀ ਜ਼ਿਕਰ ਕਰਦੇ ਹਾਂ ਮਹਾਰਾਜ ਸਿਰਫ 42 ਵਰਿਆਂ ਦੇ ਸਨ ਉਸ ਵੇਲੇ, 42 ਦੇ। ਪਿਆਰਾ ਸਿੰਘ ਪਦਮ ਵਰਗੇ ਤੇ ਕੁਝ ਹੋਰ ਇਤਿਹਾਸਕਾਰ ਸਾਨੂੰ ਸੋਝੀ ਦਿੰਦੇ ਨੇ, ਲਿਖਤ ਹੈ ਬਕਾਇਦਾ। ਉਹ ਕੈਲਕੂਲੇਸ਼ਨ ਵੀ ਗਲਤ ਨਹੀਂ ਕਹੀ ਜਾ ਸਕਦੀ ਕਿ ਉਹਨਾਂ ਦਾ ਜਿਹੜਾ ਜਨਮ ਸੀ ਮਹਾਰਾਜ ਦਾ ਪ੍ਰਕਾਸ਼ ਸੀ 1661 ਦਾ ਸੀ, ਨਾ ਕਿ 1666 ਦਾ ਸੀ। ਚਲੋ ਜੇ 61 ਦਾ ਮੰਨੀਏ ਤਾਂ ਉਸ ਵੇਲੇ 47 ਵਰਿਆਂ ਦੇ ਸਨ, ਤੇ 47 ਵਰੇ ਉਮਰ ਕਿਤੇ ਬਹੁਤ ਵੱਡੀ ਉਮਰ ਹੁੰਦੀ ਹੈ, ਬਹੁਤ ਵੱਡੀ ਉਮਰ ਨਹੀਂ ਸੀ। ਔਰ ਸਤਿਗੁਰਾਂ ਨੇ ਸਮਝਾਇਆ, ਜਿਸ ਵੇਲੇ ਪਹਿਲਾਂ ਜ਼ਖਮ ਜਿਹੜੇ ਨੇ ਉਹਨਾਂ ਦੀ ਮਰਮ ਪੱਟੀ ਹੋਈ, ਜ਼ਖਮ ਬੰਨਣ ਦਾ ਯਤਨ ਵੀ ਕੀਤਾ ਗਿਆ, ਲੇਕਿਨ ਫਿਰ ਉਹ ਜ਼ਖਮ ਜਿਸ ਵੇਲੇ ਖੁੱਲ ਗਏ, ਸਿੱਖ ਪਰੇਸ਼ਾਨ ਨੇ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਹੀਂ ਹੁਣ ਕੁਛ ਨਹੀਂ ਕਰਨਾ, ਸਾਡਾ ਸਮਾਂ ਆ ਗਿਆ, ਸਮਾਂ ਆ ਗਿਆ। ਕਾਹਦਾ ਸਮਾਂ ਆ ਗਿਆ? ਜਾਣ ਦਾ ਸਮਾਂ ਆ ਗਿਆ। ਕਿਉਂ? ਕਰਤਾਰੀ ਹੁਕਮ ਹੈ, ਵਾਹਿਗੁਰੂ ਜੀ ਦਾ ਹੁਕਮ ਹੈ। ਇਹ ਐਵੇਂ ਹੀ ਹੋਣਾ ਸੀ। ਮੈਂ ਪਹਿਲਾਂ ਬੇਨਤੀ ਕੀਤੀ ਨਾ, ਦੇਖੋ ਕਿਤਨੇ ਯਤਨ ਹੋਏ। ਇਸ ਤੋਂ ਵੱਡਾ ਘਾਤਕ ਯਤਨ ਹੋਰ ਕੀ ਹੋ ਸਕਦਾ? ਵੀ ਆਨੰਦਪੁਰੋਂ ਕੱਢ ਲਿਆ, ਪਿੱਛੇ ਰਾਹ ਦੇ ਵਿੱਚ ਪਿੱਛਾ ਕੀਤਾ, ਅਖੀਰ ਚਮਕੌਰ ਦੇ ਵਿੱਚ ਆ ਕੇ ਘੇਰ ਲਿਆ। ਹਾਂਜੀ, ਘੇਰ ਲਿਆ। ਕਰਤਾਰ ਨੇ, ਵਾਹਿਗੁਰੂ ਜੀ ਨੇ ਐਸੀ ਵਿਧ ਬਣਾਈ, ਉਹਨਾਂ ਪੰਜਾਂ ਨੇ ਫਿਰ ਪੰਥ ਬਣ ਕੇ ਤੇ ਔਖਾ ਸਮਾਂ ਟਾਲ ਦਿੱਤਾ। ਪੰਥ ਤੈਨੂੰ ਹੁਣ ਹੁਕਮ ਹੈ ਕਰਦਾ, ਤੂੰ ਅੱਗੋਂ ਕੁਝ ਕਹਿ ਨਹੀਂ ਸਕਦਾ। 1 ਮਿੰਟ ਵੀ ਗੜੀ ਦੇ ਅੰਦਰ ਗੋਬਿੰਦ ਸਿੰਘ ਹੁਣ ਰਹਿ ਨਹੀਂ ਸਕਦਾ। ਨਿਕਲੇ। ਫਿਰ ਹਕੂਮਤ ਨੇ ਪਿੱਛਾ ਕੀਤਾ। ਇਸ ਪਾਸੇ ਜਦੋਂ ਮਹਾਰਾਜ ਦਮਦਮਾ ਸਾਹਿਬ ਵਾਲੇ ਪਾਸੇ ਗਏ ਨੇ, ਹਾਂਜੀ, ਦਮਦਮਾ ਸਾਹਿਬ ਅੱਗੇ ਨਹੀਂ ਪਹੁੰਚੇ, ਉਸ ਤੋਂ ਉਰਾ ਹੀ ਦਿਆਲਪੁਰ ਭਾਈਗਾ ਤੋਂ ਹੋ ਕੇ ਮਹਾਰਾਜ ਫਿਰ ਮੁਕਤਸਰ ਸਾਹਿਬ ਨੂੰ ਚਲੇ ਜਾਂਦੇ ਨੇ। ਉੱਥੇ ਦੁਸ਼ਮਣ ਨੇ ਅਟੈਕ ਕੀਤਾ ਹੈ, ਉੱਥੋਂ ਪਰਤ ਕੇ ਫਿਰ ਦਮਦਮਾ ਸਾਹਿਬ ਆਉਂਦੇ ਨੇ। ਉੱਥੇ ਫਿਰ ਜਿਹੜਾ ਚੌਧਰੀ ਸੀ ਡੱਲਾ, ਉਸ ਦੇ ਪਤੀ ਹਕੂਮਤ ਜਿਹੜੀ ਹੈ ਪਹੁੰਚ ਕਰਦੀ ਹੈ। ਇਸ ਵਿੱਚ ਕੋਈ ਕਸਰ ਨਹੀਂ ਰਹੀ। ਮੈਂ ਸਮਝਦਾ ਕਿ ਸਤਿਗੁਰੂ ਮਹਾਰਾਜ ਫਿਰ ਸਮਝਾਉਂਦੇ ਨੇ, ਦੇਖੋ ਉਦੋਂ ਕਰਤਾਰ ਰੱਛਿਆ ਕਰਨ ਵਾਲਾ ਸੀ, ਕਰਨਾ ਚਾਹੁੰਦਾ ਸੀ, ਉਸਨੇ ਰੱਛਿਆ ਕੀਤੀ, ਸਬਬ ਕੋਈ ਵੀ ਬਣਾਇਆ, ਲੇਕਿਨ ਹੁਣ ਸਮਾਂ ਆ ਗਿਆ ਹੈ, ਉਸ ਦਾ ਹੁਕਮ ਹੈ, ਸਾਨੂੰ ਜਾਣਾ ਹੋਏਗਾ। ਹਜ਼ੂਰ ਮਹਾਰਾਜ ਗੁਰੂ ਨਾਨਕ ਸਾਹਿਬ ਸਾਨੂੰ ਸਾਰਿਆਂ ਨੂੰ ਸਮਝਾਉਂਦੇ ਨੇ, ਇਸ ਕਰਕੇ ਨਾ ਹੁਕਮ ਦੀ ਗਾਤਮਿਤ ਕਹੀ ਨਹੀਂ ਜਾ ਸਕਦੀ, ਹੁਕਮ ਦੀ ਮਹਿਮਾ ਕਹੀ ਨਹੀਂ ਜਾ ਸਕਦੀ, ਹੁਕਮ ਨਾ ਕਹਿਆ ਜਾਏ। ਜਦੋਂ ਬੰਦਾ ਹੁਕਮ ਸਮਝ ਲੈਂਦਾ ਹੈ, ਫਿਰ ਆਪਣੀਆਂ ਮਨ ਆਈਆਂ ਗੱਲਾਂ, ਚਤੁਰਾਈਆਂ ਜਾਂ ਹੋਰ ਜਿਹੜੀਆਂ ਵਿਧਾਂ ਨੇ, ਜੁਗਤਾਂ ਨੇ, ਉਹਨਾਂ ਨੂੰ ਨਹੀਂ ਵਰਤਦਾ। ਸਮੇਂ ਨੂੰ ਮੁੱਖ ਰੱਖਦਿਆਂ ਆਪਾਂ ਥੋੜਾ ਜਿਹਾ ਸੰਖੇਪ ਕਰ ਸਕਾਂਗੇ। ਅਗਲੀ ਪੌੜੀ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਜਿਹੜੇ ਹੁਕਮ ਦੇ ਵਿੱਚ ਰਹਿਣ ਵਾਲੇ ਨੇ, ਹੁਣ ਤੁਸੀਂ ਦੇਖੋ ਹੁਕਮ ਦੀ ਇਹ ਸਾਰੀ ਰਚਨਾ, ਸਾਰੀ ਖੇਡ ਜੋ ਤਾਣ ਵਾਲਾ ਹੋਇਆ, ਤਾਣ ਨਾਮ ਹੈ ਬਲ ਵਾਲਾ, ਉਸ ਨੇ ਮਹਿਸੂਸ ਕੀਤਾ ਮੇਰੇ ਅੰਦਰ ਬਲ ਕਿਸਨੇ ਦਿੱਤਾ ਹੈ, ਦੂਜਿਆਂ ਦੇ ਅੰਦਰ ਬਲ ਕਿਸਨੇ ਭਰਿਆ ਹੈ, ਸਾਰਿਆਂ ਨੂੰ ਬਲ ਕਿਸਨੇ ਦਿੱਤਾ ਹੈ। ਕਹਿੰਦੇ ਨੇ ਇਹ ਤਾਂ ਬਲਵਾਨ ਕੇਵਲ ਕਰਤਾਰ ਆਪ ਹੈ, ਹੋਰ ਤਾਂ ਕੋਈ ਹੈ ਹੀ ਨਹੀਂ। ਤਾਂ ਉਹ ਇਹ ਆਖਿਆ ਜਾਂਦਾ ਸਿਫਾਤੀ ਨਾਮ। ਸਿਫਾਤੀ ਮੈਂ ਨਾ ਸਿਫਤ ਵਾਲੇ, ਵਡਿਆਈ ਵਾਲੇ, ਜਿਸ ਦਾ ਧਿਆਨ ਜਿਸ ਸਿਫਤ ਤੇ ਪਿਆ, ਵਾਹਿਗੁਰੂ ਜੀ ਨੂੰ ਉਸੇ ਨਾਮ ਦੇ ਨਾਲ ਨਾ ਉਸ ਦੀ ਵਡਿਆਈ ਕੀਤੀ। ਹੋਵੇ ਕਿਸੇ ਤਾਣ, ਫਿਰ ਗਾਵੈ ਕੋ ਦਾਤ ਜਾਣੈ ਨਿਸ਼ਾਨ। ਕਿਸੇ ਨੇ ਜ਼ਿਕਰ ਕੀਤਾ ਵਾਹਿਗੁਰੂ ਸਾਰਿਆਂ ਨੂੰ ਦਾਤਾਂ ਦਿੰਦਾ ਹੈ। ਵਾਹਿਗੁਰੂ ਜੀ ਸਾਰਿਆਂ ਨੂੰ ਦਾਤਾਂ ਦਿੰਦੇ ਨੇ। ਇਹ ਕੌਣ ਦਾਤਾਂ ਦਿੰਦਾ ਹੈ? ਸਿਰਫ ਜੀਵਾਂ ਨੂੰ ਜੰਮਿਆ ਹੀ ਨਹੀਂ, ਜੀਵਾਂ ਨੂੰ ਬਣਾਇਆ ਹੀ ਨਹੀਂ, ਜੀਵਾਂ ਨੂੰ ਸੰਭਾਲਿਆ ਵੀ ਹੈ। ਨਿਤਾ ਪ੍ਰਤੀ ਦੀ ਸੰਭਾਲ ਹੈ। ਬੰਦਾ ਜੇ ਆਖੇ, ਮਨੁੱਖ ਆਖੇ ਵੀ ਮੈਨੂੰ ਅਰਦਾਸ ਕਰਨੀ ਆਉਂਦੀ ਹੈ, ਮੈਨੂੰ ਕੰਮ ਕਰਨਾ ਆਉਂਦਾ ਹੈ, ਮੈਨੂੰ ਫਲਾਣਾ ਕੁਛ ਕਰਨਾ ਆਉਂਦਾ ਹੈ, ਜਿਸ ਕਰਕੇ ਮੈਂ ਖਾਂਦਾ ਹਾਂ, ਪੀਂਦਾ ਹਾਂ, ਪਹਿਨਦਾ ਹਾਂ, ਮੈਂ ਸੇਫ ਹਾਂ, ਜਾਂ ਕੁਛ ਹੈ, ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ। ਵਾਹਿਗੁਰੂ ਜੀਵ ਜਿਨ੍ਹਾਂ ਦੇ ਪਾਸ ਇਸ ਗੱਲ ਦੀ ਜ਼ਬਾਨ ਹੀ ਕੋਈ ਨਹੀਂ ਹੈ, ਕੋਈ ਸ਼ੁੱਧ ਬੁੱਧੀ ਨਹੀਂ ਹੈ, ਵਾਹਿਗੁਰੂ ਜੀ ਉਹਨਾਂ ਨੂੰ ਵੀ ਦਾਤਾਂ ਦਿੰਦੇ ਨੇ, ਉਹਨਾਂ ਦੀ ਵੀ ਸੰਭਾਲ ਕਰਦੇ ਨੇ। ਇਹ ਜੋ ਪਾਵਨ ਬਚਨ ਹੈ,
ਜਿਹੜਾ ਆਸਾ ਕੀ ਵਾਰ ਦਾ ਹਿੱਸਾ, ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਭੰਡਾਂ ਅੰਡਜ ਜੇਰਜ ਉਤਪਜਾਂ ਖਾਣੀ ਸਿਤ ਜਾਂ ਸੋ ਮਿਤ ਜਾਣੈ ਨਾਨਕਾ ਸਰਾਂ ਮੇਰਾ ਜਨਤਾ। ਸਰਾਂ ਮੇਰਾ ਦੇ ਵਿੱਚ, ਭਾਵੇਂ ਸਰੋਵਰਾਂ ਦੇ ਵਿੱਚ, ਸਮੁੰਦਰਾਂ ਦੇ ਵਿੱਚ ਹੈ ਕੋਈ, ਭਾਵੇਂ ਪਹਾੜਾਂ ਦੇ ਵਿੱਚ ਕਿਸੇ ਨੇ ਜਨਮ ਲਿਆ ਹੈ, ਵਾਹਿਗੁਰੂ ਜੀ ਸਾਰੇ ਜੀਵਾਂ ਦੀ ਸੰਭਾਲ ਕਰਦੇ ਨੇ, ਉਹਨਾਂ ਨੂੰ ਦਾਤ ਦਿੰਦੇ ਨੇ। ਕਿਸ ਨੇ ਇਧਰ ਧਿਆਨ ਕੀਤਾ ਤੇ ਤਾਂ ਵਡਿਆਈ ਕੀਤੀ। ਗਾਵੇ ਕੋ ਗੁਣ ਵਡਿਆਈਆਂ ਚਾਰ, ਜਾਂ ਹੋਰ ਵਡਿਆਈਆਂ, ਗੁਣਾਂ ਦੀਆਂ ਵਡਿਆਈਆਂ ਕੀਤੀਆਂ। ਚਾਰ ਮਨ ਹੁੰਦਾ ਹੈ ਚੰਗੀਆਂ, ਚੰਗੀਆਂ ਵਡਿਆਈਆਂ ਜੋ ਵੇਖੀਆਂ, ਜਾਂ ਗੁਣ ਗਾਏ ਚੰਗੇ ਢੰਗ ਦੇ ਨਾਲ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਤੇ ਫਿਰ ਕਿਸੇ ਨੇ ਗਾਇਆ, ਕਿਸੇ ਨੇ ਜ਼ਿਕਰ ਕੀਤਾ। ਇੱਥੇ ਗਾਇਨ ਤੋਂ ਭਾਵ ਕੇਵਲ ਸਾਜ਼ ਰੱਖ ਕੇ ਗਾਉਣਾ ਉਹ ਨਹੀਂ ਹੈ, ਭਾਵ ਹੈ ਸਿਫਤ ਕਰਨੀ, ਵਡਿਆਈ ਕਰਨੀ। ਕਿਸੇ ਨੇ ਵਿਦਵਾਨ ਬਣ ਕੇ ਵਿਦਿਆ ਦੇ ਰਾਹੀਂ ਜ਼ਿਕਰ ਕੀਤਾ, ਗੁਣ ਗਾਏ। ਕਿਸੇ ਨੇ ਸਹਿਜ ਸੁਭਾਅ ਵਚਨ ਕਰ ਦਿੱਤੇ। ਕਿਸੇ ਨੇ ਬਹੁਤ ਡੂੰਘੀਆਂ ਵਿਚਾਰਾਂ ਕੀਤੀਆਂ, ਜਿਹਨੂੰ ਅਸੀਂ ਕਹਿੰਦੇ ਫਲਸਫਾਨਾ ਵਿਚਾਰਾਂ ਕੀਤੀਆਂ। ਵਿਖਮ ਵਿਚਾਰ, ਜਦੋਂ ਅਸੀਂ ਕਈ ਵਾਰੀ ਮਹਿਸੂਸ ਕਰਦੇ ਹਾਂ ਗਿਆਨੀ ਜੀ ਨੇ ਨਾ ਗੱਲ ਆਖੀ, ਪਰ ਮੈਨੂੰ ਪੂਰੀ ਤਰ੍ਹਾਂ ਸਮਝ ਨਹੀਂ ਆਈ। ਕਿਉਂ ਨਹੀਂ ਆਈ? ਗ੍ਰਾਮੈਟਿਕਲੀ ਪੱਧਰ ਤੇ ਸਾਡੀ ਸੋਚ ਓਨੀ ਨਹੀਂ ਸੀ ਹੈਗੀ, ਜਾਂ ਫਲਸਫਾਨਾ ਰੂਪ ਦੇ ਵਿੱਚ ਅਸੀਂ ਸਿਧਾਂਤ ਨੂੰ ਨਹੀਂ ਸਮਝਦੇ ਸਾਂ। ਪਰ ਇਸ ਪ੍ਰਕਾਰ ਸਿਆਣਿਆਂ ਪੁਰਸ਼ਾਂ ਨੇ ਵਿਦਿਆ ਦੇ ਰਾਹੀਂ ਆਮ ਵਿਚਾਰ ਅਤੇ ਵਿਖਮ ਵਿਚਾਰਾਂ ਕੀਤੀਆਂ। ਗਾਵੇ ਕੋ ਸਾਜ ਕਰੇ ਤਨ ਖੇ, ਕੋਈ ਗਾਉਂਦਾ ਹੈ ਕਿ ਵਾਹਿਗੁਰੂ ਜੀ ਸਰੀਰਾਂ ਨੂੰ ਬਣਾਉਂਦਾ ਹੈ ਤੇ ਬਣਾ ਕੇ ਆਪ ਹੀ ਉਹਨਾਂ ਨੂੰ ਫਿਰ ਮਿੱਟੀ ਵਿੱਚ ਮਿਲਾ ਦਿੰਦਾ ਹੈ। ਵਾਹਿਗੁਰੂ, ਹੋਰ ਕੌਣ ਕਰਦਾ ਹੈ? ਕੋਈ ਨਹੀਂ ਕਰਦਾ, ਵਾਹਿਗੁਰੂ ਆਪ ਹੀ ਹੈ। ਗਾਵੇ ਕੋ ਜੀ ਲੈ ਫਿਰ ਦੇ, ਇੱਥੇ ਜੀ ਤੋਂ ਭਾਵ ਜੀਵਨ ਹੈ। ਜੀਵਨ, ਜੀਵਨ ਲੈਂਦਾ ਹੈ, ਜੀਵਨ ਦਿੰਦਾ ਹੈ, ਹੋਰ ਨਹੀਂ ਕੋਈ। ਗਾਵੇ ਕੋ ਜਾਪੈ ਦਿਸੈ ਦੂਰ, ਕੋਈ ਆਖਦਾ ਹੈ, ਕੋਈ ਜ਼ਿਕਰ ਕਰਦਾ ਹੈ ਕਿ ਕਰਤਾਰ ਤਾਂ ਦੂਰ ਸਮਝ ਆਉਂਦੀ ਹੈ, ਨੇੜੇ ਨਹੀਂ ਕਿਤੇ ਹੈਗਾ। ਉਹ ਇਸ ਪ੍ਰਕਾਰ ਦਾ ਯਤਨ ਕਰਦਾ, ਦੱਸਦਾ ਹੈ ਵੀ ਰੱਬ ਨੂੰ ਮਿਲਣਾ ਕਿਤੇ ਸੌਖਾ ਹੈ, ਰੱਬ ਨੂੰ ਮਿਲਣਾ ਬੜਾ ਔਖਾ ਹੈ। ਇਸ ਪ੍ਰਕਾਰ ਦਾ ਧਿਆਨ ਰੱਖ ਕੇ ਆਪਣਾ ਜੀਵਨ ਜਿਹੜਾ ਹੈ ਬਣਾ ਕੇ, ਘਰਾਂ ਨੂੰ ਛੱਡ ਦੇਣਾ, ਭਰਮਣ ਕਰਨ ਤੁਰ ਪੈਣਾ, ਜੰਗਲਾਂ ਵਿੱਚ ਜਾ ਬਹਿਣਾ, ਜਾਂ ਕਿਸੇ ਹੋਰ ਪ੍ਰਕਾਰ ਦਾ ਯਤਨ ਕਰਨਾ। ਇਹ ਕਿਸ ਨੇ ਆਖਿਆ? ਜਿਸ ਨੇ ਇਉਂ ਸਮਝਿਆ ਕਿ ਵਾਹਿਗੁਰੂ ਜਾਪੈ ਦਿਸੈ ਦੂਰ। ਤੇ ਹਜ਼ੂਰ ਨੇ ਆਖਿਆ ਸਾਰੇ ਨਹੀਂ ਐਵੇਂ, ਕੁਛ ਐਸੇ ਵੀ ਨੇ। ਗਾਵੇ ਕੋ ਵੇਖੈ ਹਾਦਰਾ ਹਦੂਰ, ਕੁਝ ਗਾਉਂਦੇ ਨੇ, ਕੁਝ ਕਹਿੰਦੇ ਨੇ, ਤਾਰੀਫਾਂ ਕਰਦੇ ਨੇ। ਵਾਹਿਗੁਰੂ ਜੀ ਹਾਜ਼ਰਾ ਹਜ਼ੂਰ ਤੋਂ ਭਾਵ ਹੈ, ਜਿਵੇਂ ਹੁਣ ਅਸੀਂ ਆਮ ਤੌਰ ਤੇ ਬੋਲਦੇ ਹਾਂ ਹਾਜ਼ਰਾ ਹਜ਼ੂਰ, ਜੋ ਹਰ ਵੇਲੇ ਪ੍ਰਗਟ ਨੇ, ਜੋ ਹਜ਼ੂਰ ਨੇ, ਜੋ ਹਰ ਵੇਲੇ ਹਰ ਥਾਂ ਤੇ ਮੌਜੂਦ ਨੇ। ਬਾਬਾ ਨਾਮਦੇਵ ਜੀ ਹੋਰਾਂ ਦਾ ਬਚਨ ਇਸੇ ਲਈ ਸਤਿਗੁਰਾਂ ਨੇ ਅੰਕਿਤ ਕੀਤਾ, ਕਿਉਂਕਿ ਇੱਕ ਹੀ ਸੁਰ ਹੈ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਨਿਰਵਾ ਮੈਂ ਨਾ ਨੇੜੇ। ਕੋਈ ਕਹਿੰਦਾ ਹੈ ਕਿ ਕਰਤਾਰ ਬਹੁਤ ਨੇੜੇ ਹੈ, ਤੇ ਕਿਤਨਾ ਨੇੜੇ ਹੈ? ਆਪਣੀ ਸਾਹ ਰਗ ਨਾਲੋਂ ਵੀ ਨੇੜੇ। ਚੂੰ ਦਿਸ਼ਾ ਰਗ ਹਸਤ ਸ਼ਾਹ ਨਜ਼ਦੀਕ ਤਰ। ਮਾਣਯੋਗ ਭਾਈ ਸਭੋਰੀ ਭਾਈ ਨੰਦ ਲਾਲ ਜੀ ਆਖਦੇ ਨੇ, ਜਿਹੜਾ ਕਰਤਾਰ ਹੈ ਤੇਰੀ ਸਾਹ ਰਗ, ਸਾਹ ਰਗ ਨੂੰ ਸ਼ਾਹ ਰਗ ਵੀ ਕਹਿ ਲੈਂਦੇ, ਮੁੱਖ ਰਗ ਜਿਹਦੇ ਵਿੱਚੋਂ ਸਵਾਸ ਚੱਲਦਾ ਹੈ ਤੇ ਮਨੁੱਖੀ ਜੀਵਨ ਚੱਲਦਾ ਰਹਿੰਦਾ ਹੈ। ਸਵਾਸ ਚੱਲਦੇ ਨੇ ਜਿਸ ਵੇਲੇ। ਸ਼ਾਹ ਨਜ਼ਦੀਕ ਤਰ, ਵਾਹਿਗੁਰੂ ਤਾਂ ਤੇਰੀ ਸ਼ਾਹ ਰਗ ਨਾਲੋਂ ਵੀ ਨੇੜੇ ਹੈ, ਲੇਕਿਨ ਤੂੰ ਕਮਲਾ ਹੋਇਆ ਹੈ। ਤੂੰ ਐਵੇਂ ਭਟਕਦਾ ਫਿਰਦਾ ਜੰਗਲਾਂ ਦੇ ਵਿੱਚ ਤੇ ਇੱਧਰ ਉੱਧਰ ਤੂੰ ਲੱਭਦਾ ਪਿਆ ਹੈ। ਸਤਿਗੁਰੂ ਉੱਧਰ ਇਸ਼ਾਰਾ ਕਰ ਰਹੇ ਨੇ। ਕਥਨਾ ਕਥੀ ਨਾ ਆਵੈ ਤੋਟ, ਵਾਹਿਗੁਰੂ ਜੀ ਦੀਆਂ ਵਡਿਆਈਆਂ ਬੜਿਆਂ ਨੇ ਆਖੀਆਂ, ਬੜਿਆਂ ਨੇ ਆਖੀਆਂ, ਪਰ ਆਖ ਕੇ ਕਿਸੇ ਨੇ ਨਹੀਂ ਆਖਿਆ ਕਿ ਹੁਣ ਵਡਿਆਈਆਂ ਮੁੱਕ ਗਈਆਂ ਨੇ। ਕਿਉਂ ਭਲਾ? ਹੁਕਮ ਨਾ ਕਹਿਆ ਜਾਏ। ਕਥ ਕਥ ਕਥੀ ਕੋਟੀ ਕੋਟੇ ਕੋਟੇ, ਇੱਕ ਦੋ ਦੇ ਨਹੀਂ, ਤੁਸਾਂ ਨੇ ਵੀ ਆਖੀ, ਫਲਾਣੇ ਨੇ ਵੀ ਆਖੀ, ਫਲਾਣੇ ਵੀ ਆਖੀ, ਮੈਂ ਵੀ ਆਖੀ, ਸਾਰਿਆਂ ਨੇ ਆਖੀ।
ਕਰੋੜਾਂ ਨੇ ਆਖੀ, ਪਰ ਵਾਹਿਗੁਰੂ ਜੀ ਦੀਆਂ ਵਡਿਆਈਆਂ ਫਿਰ ਵੀ ਨਹੀਂ ਮੁੱਕਦੀਆਂ। ਦੇਂਦਾ ਦੇ ਲੈਂਦੇ ਥੱਕ ਪਾਹੇ। ਸਾਰਿਆਂ ਨੇ ਮਹਿਸੂਸ ਕੀਤਾ ਕਿ ਮੈਂ ਆਪਣੇ ਜੀਵਨ ਵਿੱਚ ਸਦਾ ਮੰਗਦਾ ਰਿਹਾ ਤੇ ਕਰਤਾਰ ਮੈਨੂੰ ਦਿੰਦਾ ਰਿਹਾ। ਮੇਰਾ ਮਾਂ ਬਾਪ ਮੰਗਦਾ ਰਿਹਾ ਤੇ ਦਿੰਦਾ ਰਿਹਾ। ਮੇਰੇ ਵੱਡ ਵਡੇਰੇ ਆਦ ਜੁਗਾਦੀ ਲੈ ਕੇ ਮੰਗਦੇ ਚਲੇ ਆਏ ਨੇ, ਵਾਹਿਗੁਰੂ ਝੋਲੀਆਂ ਭਰਦਾ ਰਿਹਾ। ਇਸ ਧਰਤੀ ਤੇ ਕਿੰਨੇ ਲੋਕ ਬੈਠ ਗਏ ਨੇ, ਬੈਠ ਕੇ ਚਲੇ ਗਏ ਨੇ, ਜਿਸ ਧਰਤੀ ਦੇ ਵਿੱਚੋਂ ਉਗਾ ਕੇ ਅਸੀਂ ਖਾਂਦੇ ਪਏ ਹਾਂ। ਜਿਹੜੀ ਧਰਤੀ ਜਦੋਂ ਦੇ ਜੀਵਾਂ ਨੇ ਵਾਹੀ ਖੇਤੀ ਸ਼ੁਰੂ ਕੀਤੀ ਹੈ ਕਰਤਾਰ ਦੇ ਹੁਕਮ ਦੇ ਵਿੱਚ, ਉਹ ਪੈਦਾ ਕਰਦੀ ਚਲੀ ਆ ਰਹੀ ਹੈ। ਪਾਣੀ ਇਵੇਂ ਚੱਲੇ ਆ ਰਹੇ ਨੇ, ਸਮੁੰਦਰ ਭਰਪੂਰ ਹੈ, ਸਾਰਾ ਕੁਝ ਭਰਪੂਰ ਹੈ, ਬਨਸਪਤੀ ਉਵੇਂ ਦੀ ਉਵੇਂ ਹੈ। ਹਜ਼ੂਰ ਨੇ ਆਖਿਆ ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਹੀ ਖਾਹੇ। ਲੰਬੇ ਸਮਿਆਂ ਤੋਂ ਜਿੱਥੇ ਤੱਕ ਮਨੁੱਖ ਦੇ ਕੈਲੰਡਰ ਨੇ ਤੇ ਉਹਨੂੰ ਹਿਸਾਬ ਕਿਤਾਬ ਦਾ ਕੁਝ ਪਤਾ ਹੈ, ਉਦੋਂ ਤੋਂ ਲੈ ਕੇ ਸਾਰੇ ਖਾਂਦੇ ਤੁਰੇ ਆ ਰਹੇ ਨੇ, ਉਹਦੀਆਂ ਦਾਤਾਂ ਪੁੰਚਦੇ ਤੁਰੇ ਆ ਰਹੇ ਨੇ ਤੇ ਅਜੇ ਵੀ ਖਾ ਰਹੇ ਨੇ। ਹੁਕਮੀ ਹੁਕਮ ਚਲਾਏ ਰਾਹ। ਇੱਥੇ ਉਚਾਰਨ ਰਾਹ ਕਰਨ ਲੱਗਿਆ, ਰਾਹ ਦੇ ਹਾਹੇ ਦੇ ਪੈੜ ਵਿੱਚ ਔਂਕੜ ਹੈ। ਕੁਝ ਸੱਜਣ ਇਸ ਦਾ ਉਚਾਰਨ ਕਰਨਾ ਠੀਕ ਸਮਝਦੇ ਨੇ, ਲੋੜ ਸਮਝਦੇ ਨੇ। ਕੁਝ ਜੋ ਗੁਰਮੈਟਿਕਲੀ ਧਿਆਨ ਰੱਖਣ ਵਾਲੇ ਨੇ, ਉਹਨਾਂ ਨੂੰ ਪਤਾ ਹੈ ਕਿ ਇਹ ਇੱਕ ਵਚਨ ਨਾਉਣ ਹੈ, ਕਿਰਿਆ ਨਹੀਂ ਹੈ। ਜਿਵੇਂ ਅਸੀਂ ਪਹਿਲਾਂ ਨਾ ਪਾਠ ਕੀਤਾ, ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ। ਉਹ ਹਾਹੇ ਨੂੰ ਸਿਹਾਰੀ ਹੈ, ਉੱਥੇ ਪਿੱਛੇ ਹਾਹੇ ਨੇ, ਹਾਰੇ ਨੂੰ ਸਿਹਾਰੀ ਹੈ, ਕਿਉਂਕਿ ਖਾਣਾ ਕਿਰਿਆ ਹੈ, ਪਾਹੇ ਪਾਉਣਾ ਹੈ ਕਰਨ ਵਾਲੀ ਕਿਰਿਆ। ਕਰਨ ਇਹ ਕਿਰਿਆਵਾਂ ਨੇ, ਵਰਬਸ ਨੇ, ਪਰ ਇੱਥੇ ਆ ਕੇ ਇਹ ਕਿਰਿਆ ਨਹੀਂ, ਰਾਹ ਨਾਉਣ ਹੁੰਦਾ ਹੈ, ਵਚਨ ਹੈ, ਇੱਕ ਵਚਨ ਹੈ। ਇਸ ਲਈ ਉਹਦੇ ਪੈਰ ਦੇ ਵਿੱਚ ਨਾ ਔਂਕੜ ਹੈ। ਜਿੱਥੇ ਬਹੁਤੇ ਰਾਹਾਂ ਦੀ ਗੱਲ ਹੈ ਉੱਥੇ ਔਂਕੜ ਨਹੀਂ ਆਵੇਗਾ। ਜਦ ਤੁਸੀਂ ਪਿਆਰ ਨਾਲ ਪਾਠ ਕਰੋਗੇ ਧਿਆਨ ਨਾਲ, ਫਿਰ ਇਹ ਭੇਤ ਸਾਡੇ ਕੋਲ ਖੁੱਲ੍ਹਦੇ ਨੇ। ਕਰਤਾਰ ਨੇ, ਵਾਹਿਗੁਰੂ ਨੇ ਆਪਣੀ ਮੌਜ ਵਿੱਚ, ਆਪਣੀ ਇੱਛਾ ਨਾਲ, ਆਪਣੇ ਹੁਕਮ ਦੇ ਵਿੱਚ ਇਹ ਰਾਹ ਸਥਾਪਿਤ ਕੀਤਾ ਹੋਇਆ ਹੈ। ਇੰਨੀਆਂ ਵਡਿਆਈਆਂ ਵਾਲਾ ਲਗਾਤਾਰ ਆਦ ਜੁਗਾਦੀ ਇਵੇਂ ਚੱਲਦਾ ਤੁਰਿਆ ਆ ਰਿਹਾ ਹੈ। ਨਾਨਕ ਵਿਗਸੈ ਵੇ ਪਰਵਾਹ। ਔਰ ਵੇ ਪਰਵਾਹੀ ਦੇ ਨਾਲ ਉਹ ਚੱਲ ਰਿਹਾ ਹੈ ਤੇ ਵੇਖ ਕੇ ਸਾਰਾ ਕੁਝ ਖੁਸ਼ ਹੋ ਰਿਹਾ, ਪ੍ਰਸੰਨ ਹੋ ਰਿਹਾ ਹੈ। ਵਿਗਸਣਾ ਹੁੰਦਾ ਹੈ ਪ੍ਰਸੰਨ ਹੋਣਾ। ਇੱਥੇ ਫਿਰ ਸਾਨੂੰ ਸਤਿਗੁਰੂ ਮਹਾਰਾਜ ਧਿਆਨ ਦਿਵਾਉਂਦੇ ਨੇ, ਇਹ ਕਰਤਾਰੀ ਖੇਲ ਹੈ, ਸਾਰਾ ਕੁਝ, ਸਭ ਕੁਝ ਖੇਲ ਹੈ। ਉਸ ਦੇ ਹੁਕਮ ਦੇ ਵਿੱਚ ਇਹ ਚੰਦ ਸੂਰਜ ਆਦਿ ਬਣੇ, ਉਸ ਦੇ ਹੁਕਮ ਦੇ ਵਿੱਚ ਇਹ ਸਮੁੰਦਰ ਬਣੇ, ਉਸ ਦੇ ਹੁਕਮ ਦੇ ਵਿੱਚ ਪਹਾੜ ਬਣੇ, ਉਸ ਦੇ ਹੁਕਮ ਦੇ ਵਿੱਚ ਬਨਸਪਤੀ ਬਣੀ, ਉਸ ਦੇ ਹੁਕਮ ਦੇ ਵਿੱਚ ਜੀਵ ਬਣੇ, ਔਰ ਉਸ ਦੇ ਹੁਕਮ ਦੇ ਵਿੱਚ ਹੀ ਜੀਵ ਵਿਚਰ ਰਹੇ ਨੇ। ਇੱਕ ਦਿਨ ਤੁਰ ਪੈਂਦੇ ਨੇ। ਔਰ ਵਾਹਿਗੁਰੂ ਜੀ ਬਣਾਉਣ ਵਾਲੇ ਕਰਤਾਰ ਜੋ ਮੈਂ ਆਖਦਾ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਨਾ ਬਹੁਤ ਪਿਆਰਾ ਸ਼ਬਦ ਹੈ, ਵਿਲੱਖਣ ਸ਼ਬਦ ਹੈ ਕਰਤਾਰ। ਕਰਤਾਰ ਵੇਖਦਾ ਹੈ, ਬੇਪਰਵਾਹ ਹੈ ਉਹ, ਤੇ ਇਸ ਕਰਕੇ ਫਿਰ ਵਿਗਸੈ ਬੇਪਰਵਾਹ ਨਾਨਕ ਵਿਗਸੈ, ਬੇਪਰਵਾਹ ਨਾਨਕ ਵਿਗਸੈ। ਹੁਕਮੀ ਹੁਕਮ ਚਲਾਏ ਰਾਹ, ਹੁਕਮੀ ਹੁਕਮ ਚਲਾਏ ਰਾਹ, ਹੁਕਮੀ ਹੁਕਮ ਨਾਨਕ ਵਿਗਸੈ ਬੇਪਰਵਾਹ, ਨਾਨਕ ਵਿਗਸੈ ਬੇਪਰਵਾਹ, ਨਾਨਕ ਵਿਗਸੈ। ਵਾਹ ਵਾਹ। ਇੰਨੇ ਲਫ਼ਜ਼ਾਂ ਨਾਲ ਮੈਂ ਤੁਹਾਡੇ ਪਾਸੋਂ ਖਿਮਾ ਮੰਗਦਾ। ਅੱਜ ਦੇ ਇਤਿਹਾਸਕ ਦਿਹਾੜੇ ਤੇ ਆਪ ਜੀ ਨੇ ਜੁੜਨ ਦਾ ਯਤਨ ਕੀਤਾ ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਅਨੁਸਾਰ ਉਹਨਾਂ ਦੇ ਹੁਕਮ ਦੇ ਵਿੱਚ ਇਤਨੀਆਂ ਕੁ ਵਿਚਾਰਾਂ ਹੋ ਸਕੀਆਂ ਨੇ। ਬਾਕੀ ਆਪਾਂ ਫਿਰ ਭਲਕੇ 7:20 ਤੇ ਆਪਾਂ ਸ਼ੁਰੂ ਕਰਿਆ ਕਰਦੇ ਹਾਂ। ਉਦਮ ਰੱਖਿਓ ਜੇ 7 ਵਜੇ ਤੋਂ ਸਮੇਂ ਅਨੁਸਾਰ ਪਹੁੰਚ ਜਾਣਾ, ਤਾਂ ਕਿ ਸ਼ਬਦ ਕੀਰਤਨ ਵੀ ਸੁਣ ਲਈਏ, ਆਪਾਂ ਫਿਰ ਵਿਚਾਰਾਂ ਵਿੱਚ ਸਾਂਝ ਵੀ ਪਾ ਲਈਏ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।